ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਰਾਧੇ ਰਾਧੇ ਜੀ। ਅੱਜ ਆਪਾਂ ਇੱਕ ਬਹੁਤ ਹੀ ਮਹਾਨ ਹਸਤੀ ਨੂੰ ਮਿਲਣ ਜਾ ਰਹੇ ਹਾਂ, ਜਿਨ੍ਹਾਂ ਦਾ ਨਾਮ ਮੈਂ ਫਿਲਹਾਲ ਨਹੀਂ ਦੱਸੂੰਗਾ। ਚਲੋ ਪਹਿਲਾਂ ਚੱਲਦੇ ਹਾਂ ਤੇ ਫਿਰ ਤੁਸੀਂ ਦੇਖਿਓ ਕੌਣ ਨੇ। ਫਗਵਾੜੇ ਦੀ ਬਹੁਤ ਹੀ ਮਹਾਨ ਹਸਤੀ, ਇੱਕ ਇਹੋ ਜਿਹੀ ਹਸਤੀ ਜਿਨ੍ਹਾਂ ਨੇ ਪੂਰੇ ਫਗਵਾੜੇ ਨੂੰ ਭਗਵਾਨ ਦੇ ਨਾਮ ਨਾਲ ਜੋੜਿਆ ਜੀ, ਜਿਨ੍ਹਾਂ ਨੇ ਸਾਰੀ ਉਮਰ ਭਗਵਾਨ ਦੇ ਨਾਮ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਹੀ ਲੰਘਾ ਦਿੱਤੀ। ਤਾਂ ਆਓ ਉਹਨਾਂ ਨਾਲ ਮਿਲਦੇ ਹਾਂ ਤੇ ਉਹਨਾਂ ਨਾਲ ਕੁਝ ਗੱਲਾਂ ਬਾਤਾਂ ਕਰਦੇ ਹਾਂ। ਅੱਜ ਕੱਲ੍ਹ ਜੀ ਨਵਾਂ ਸ਼ੌਂਕ ਚੜ੍ਹਿਆ ਮੈਨੂੰ, ਹਾਂਜੀ YouTube ਦਾ ਚੈਨਲ ਸਟਾਰਟ ਕੀਤਾ ਜੀ। ਪਹਿਲੇ ਤਾਂ 700 ਦੇ ਲਾਗੇ ਚਾਗੇ ਬੰਦੇ ਆ ਜੀ ਜੁੜੇ ਹੋਏ, ਅੱਛਾ ਤੇ ਹੌਲੀ ਹੌਲੀ ਗਰੋ ਕਰਾਂਗੇ। ਅੱਛਾ ਤੇ ਉੱਥੇ ਮਤਲਬ ਅੱਡ ਇਵੈਂਟਸ ਹੀ ਪਾਉਂਦਾ, ਜਿੱਦਾਂ ਕੋਈ ਧਾਰਮਿਕ ਇਵੈਂਟ ਹੋ ਗਈ ਜਾਂ ਕੋਈ ਸੋਸ਼ਲ ਹੋਵੇ, ਕਲਚਰਲ ਇਵੈਂਟ ਹੋਵੇ, ਹਾਂਜੀ ਤੇ ਇੱਦਾਂ ਦੀ ਇਵੈਂਟ ਪਾਉਂਦਾ। ਤੇ ਹੁਣ ਜਿਹੜੀ ਆਪਾਂ ਗੱਲਬਾਤ ਕਰਾਂਗੇ, ਇਹ ਵੀ ਲੋਕਾਂ ਨੂੰ ਅੱਛਾ ਮੈਸੇਜ ਆਏਗਾ ਜੀ। ਸੋ ਜਿਸ ਮਹਾਨ ਹਸਤੀ ਬਾਰੇ ਮੈਂ ਗੱਲ ਕਰ ਰਿਹਾ ਸੀ, ਉਹਨੇ ਆਪਣੇ ਡਾਕਟਰ ਸ਼੍ਰੀ ਜੋਗਿੰਦਰਪਾਲ ਸ਼ਰਮਾ ਜੀ। ਡਾਕਟਰ ਸਾਹਿਬ, ਤੁਸੀਂ ਆਪਣੀ ਸਾਰੀ ਉਮਰ ਭਗਵਾਨ ਦੇ ਨਾਮ ਦੇ ਪ੍ਰਚਾਰ ਪ੍ਰਸਾਰ ਵਾਸਤੇ ਅਤੇ ਮਨੁੱਖਤਾ ਦੀ ਸੇਵਾ ਵਾਸਤੇ ਹੀ ਡਿਵੋਟ ਕਰਤੀ ਜੀ। ਮੈਨੂੰ ਯਾਦ ਹੈ ਜਦੋਂ ਮੈਂ ਛੋਟਾ ਜਿਹਾ ਹੁੰਦਾ ਸੀ ਜੀ, ਉਦੋਂ ਤੋਂ ਹੀ ਸੰਕ੍ਰਾਂਤੀ ਵਾਲੇ ਸੰਕੀਰਤਨ ਫਗਵਾੜੇ ਦੇ ਅੱਡ ਮੰਦਰਾਂ ਵਿੱਚ ਤੁਸੀਂ ਕਰਨੇ ਸ਼ੁਰੂ ਕਰਤੇ ਜੀ, ਅਤੇ ਪੂਰੇ ਸ਼ਹਿਰ ਨੂੰ ਤੁਸੀਂ ਧਾਰਮਿਕਤਾ ਦੇ ਰੰਗ ਵਿੱਚ ਰੰਗਤਾ ਜੀ। ਬਹੁਤ ਵਧੀਆ ਕੰਮ ਕੀਤਾ ਜੀ ਤੁਸੀਂ। ਦੇਖੋ ਜੀ, ਗੱਲ ਇਹ ਹੈ ਕਿ ਵਿਆਹ ਕਰਨ ਵਾਲਾ ਕੌਣ ਹੈ। ਵਾਸਤਵ ਦੇ ਵਿੱਚ ਤਾਂ ਠਾਕੁਰ ਜੀ ਦੀ ਇੱਛਾ ਦੇ ਬਗੈਰ ਤਾਂ ਕੁਝ ਵੀ ਨਹੀਂ ਹੋ ਸਕਦਾ। ਇਸ ਜੀਵ ਤੋਂ ਜੋ ਉਹਨਾਂ ਨੇ ਕਰਵਾਉਣਾ ਹੈ, ਜੋ ਸੇਵਾ ਇਸ ਸਰੀਰ ਦੇ ਜੁੰਮੇ ਲਾਣੀ ਹੈ, ਉਹ ਕਰਵਾ ਲੈਂਦੇ ਆ। ਇਸ ਕਰਕੇ ਇਹਦੇ ਵਿੱਚ ਕੋਈ ਮੈਂ ਕ੍ਰੈਡਿਟ ਲਵਾਂ ਕਿ ਮੈਂ ਐਂ ਕਰਦਾ ਸੀ, ਦੈਟ ਇਜ਼ ਰੋਂਗ। ਇਹ ਤਾਂ ਸਿਰਫ ਆਪਾਂ, ਬਲਕਿ ਮੈਂ ਹੋਰ ਕਹਿੰਦਾ ਕਿ ਆਈ ਐਮ ਥੈਂਕਫੁਲ ਟੂ ਦੈਟ ਆਲਮਾਈਟੀ ਫਾਦਰ, ਉਹਨਾਂ ਦਾ, ਕਿ ਉਹਨਾਂ ਨੇ ਆਪਣੇ ਇਸ ਰੋਲ ਦੇ ਵਿੱਚ ਮੈਨੂੰ ਵੀ ਇੱਕ ਹੀਰੋ ਦਾ ਰੋਲ ਦੇ ਦਿੱਤਾ। ਨਾਈਸ ਨਾਈਸ ਜੀ। ਮਤਲਬ ਕਿ ਸਮਾਜ ਦੇ ਵਿੱਚੋਂ ਸਮਾਜ ਨੂੰ ਇਕੱਠਾ ਕਰਨ ਦਾ ਇੱਕ ਰੋਲ ਜਿਹੜਾ ਮੈਨੂੰ ਦਿੱਤਾ, ਜਸਟ ਐਜ਼ ਏ ਹੀਰੋ। ਤਾਂ ਮੈਂ ਤਾਂ ਉਸ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦੀ ਹੈ ਜੀ ਜੀ। ਤੋ ਮੈਂ ਕੌਣ ਕਰਨ ਵਾਲਾ, ਇਹ ਠੀਕ ਹੈ ਕਿ ਉਹਨਾਂ ਨੇ ਮੇਰੇ ਤੋਂ ਕਰਵਾ ਲਿਆ ਜੀ। ਬਾਕੀ ਇਹਦੇ ਵਿੱਚ ਮੇਰੇ ਸਾਥੀ ਜਿਹੜੇ ਸੀ, ਜਿਹੜੇ ਮੇਰੇ ਨਾਲ ਜੁੜੇ ਹੋਏ ਸੀ, ਉਹਨਾਂ ਦਾ ਵੱਡਾ ਯੋਗਦਾਨ ਹੈ ਕਿ ਉਹਨਾਂ ਨੇ ਮੈਨੂੰ ਮਾਣ ਬਖਸ਼ਿਆ, ਜਾਂ ਜੋ ਮੈਂ ਕਹਿੰਦਾ ਹੁੰਦਾ ਸੀ ਉਹ ਪੂਰਾ ਕਰ ਲੈਂਦੇ ਸੀ। ਇਸ ਕਰਕੇ ਕਾਬੂ ਹੋਈ ਗਿਆ ਸਾਡਾ। ਤੇ ਤੁਸੀਂ ਪਹਿਲਾਂ ਵੀ ਕਿਹਾ 2-4 ਸਾਥੀ ਆਪਣੇ, 2-4 ਤਾਂ ਨਹੀਂ, ਬਹੁਤ ਜ਼ਿਆਦਾ ਸਾਥੀ। ਹਾਂਜੀ। ਤੇ ਹੁਣ ਭਗਵਾਨ ਦੀ ਸ਼ਰਨ 'ਚ ਜਾ ਸਕੇ, ਜਿੱਦਾਂ ਮਾਤਾ ਜੀ ਹੋ ਗਏ, ਹਾਂਜੀ ਹਾਂਜੀ, ਆਪਣੇ ਰਾਮਪਾਲ ਜੀ ਹੋ ਗਏ ਨਾ, ਤਾਂ ਇਹਨਾਂ ਦਾ ਵੀ ਬਹੁਤ ਸਾਥ ਰਿਹਾ ਨਾ। ਪੂਰੇ ਸ਼ਹਿਰ ਨੂੰ ਨਾਲ ਲੈ ਕੇ ਤੁਸੀਂ ਚੱਲਣਾ। ਤੇ ਉਹੋ ਜਿਹਾ ਟਾਈਮ ਵੀ ਦੇਖਿਆ ਜਦੋਂ ਆਪਾਂ 84 ਦੇ ਵਿੱਚ ਬਹੁਤ ਮੁਸ਼ਕਿਲ ਸੀਗਾ, ਲੇਕਿਨ ਇੱਕ ਵੀ ਸੰਕ੍ਰਾਂਤੀ ਆਪਾਂ ਮਿਸ ਨਹੀਂ ਹੋਣ ਦਿੱਤੀ। ਨਹੀਂ ਹੋਣ ਦਿੱਤੀ, ਨਹੀਂ ਹੋਣ ਦਿੱਤੀ। ਉਹ ਵਿੱਚ ਦੇਖੋ ਸੜੀ ਜੀ ਇੱਦਾਂ ਹੈ, ਹਮੇਸ਼ਾ ਜਿਹੜਾ ਮਰਿਆਦਾ ਹੈ ਨਾ, ਅਗਰ ਤਾਂ ਅਸੀਂ ਮਰਿਆਦਾ ਦੇ ਵਿੱਚ ਕੰਮ ਕਰਾਂਗੇ ਫਿਰ ਕੋਈ ਦਿੱਕਤ ਨਹੀਂ ਆਉਂਦੀ। ਜੀ ਜੀ। ਜਿਵੇਂ ਸਮੁੰਦਰ ਵਾ ਜਿਹੜਾ, ਅਗਰ ਤਾਂ ਮਰਿਆਦਾ ਦੇ ਵਿੱਚ ਚੱਲਦਾ ਹੋਇਆ ਤਾਂ ਬਹੁਤ ਅੱਛਾ ਹੋਇਆ, ਤੇ ਜੇ ਉਹ ਆਪਣੀ ਮਰਿਆਦਾ ਛੱਡ ਦੇਵੇ ਫਿਰ ਸੁਨਾਮੀ ਬਣ ਜਾਂਦਾ। ਇਸੀ ਤਰ੍ਹਾਂ ਸੂਰਜ ਹੈ, ਇਸੀ ਤਰ੍ਹਾਂ ਚਾਂਦ, ਜਿਤਨੇ ਵੀ ਹੈ, ਇਹ ਜੇ ਤਾਂ ਸਾਰੇ ਮਰਿਆਦਾ ਦੇ ਵਿੱਚ, ਨਿਯਮ ਦੇ ਵਿੱਚ ਚੱਲਦੇ ਆ ਤਾਂ ਬਹੁਤ ਅੱਛਾ ਹੋਇਆ, ਨਹੀਂ ਤਾਂ ਕੋਈ ਨਾ ਕੋਈ ਗੜਬੜ ਹੈ। ਤੋ ਇਸ ਕਰਕੇ ਇਹ ਸਭ ਪ੍ਰਭੂ ਦੀ ਬੜੀ ਕਿਰਪਾ ਹੈ ਕਿ ਜੇ ਅਸੀਂ ਆਪਣੇ ਮਾਮੂਲੀ ਕਾਰਨ ਵਾਸਤੇ ਹੀ ਆਪਣੇ ਸਿਧਾਂਤ ਤੋਂ ਗਿਰ ਜਾਈਏ, ਫਿਰ ਤਾਂ ਗਿਰਦੇ ਹੋਏ ਕਿੱਥੇ ਜਾਂ, ਫਿਰ ਇਹਦਾ ਮਤਲਬ ਤਾਂ ਇਹ ਹੈ ਕਿ ਅਸੀਂ ਦੋਹਰਾ ਚਿਹਰਾ ਲੈ ਕੇ ਚੱਲ ਰਹੇ ਹਾਂ। ਅਸੀਂ ਕਹਿੰਦੇ ਹਾਂ ਕਿ ਪ੍ਰਭੂ 'ਤੇ ਵਿਸ਼ਵਾਸ ਹੈ, ਪ੍ਰਭੂ ਸੇ ਜੋ ਕਰਵਾ ਰਿਹਾ, ਜਿੱਦਾਂ ਮੈਂ ਹੁਣੀ ਤੁਹਾਨੂੰ ਕਹਿ ਕੇ ਹਟਿਆ, ਲੇਕਿਨ ਜਰਾ ਕਿ ਮਾੜੀ ਜਿਹੀ ਆਂਦੇ ਹੈ ਅਸੀਂ ਛੱਡ ਕੇ ਐੜੂ ਹੋ ਜਾਈਏ, ਤਾਂ ਫਿਰ ਮੈਨੂੰ ਇੰਸਟਾਂਸ ਇੱਕ ਯਾਦ ਆ ਗਿਆ ਵਾ ਇੱਥੇ ਬੈਠੇ ਤੇ ਹੀ, ਕਿ ਇੱਕ ਸੰਕ੍ਰਾਂਤੀ ਸੀਗੀ ਸਵੇਰ ਨੂੰ, ਤਾਂ ਇੱਕ ਰਾਤ ਨੂੰ ਹੀ ਇੱਥੇ ਫਗਵਾੜੇ ਦੇ ਵਿੱਚ ਬੋਮ ਚੱਲ ਗਿਆ। ਅੱਛਾ ਜੀ। ਬੋਮ ਚੱਲ ਗਿਆ ਸੀ, ਇਹ ਸ਼ਾਇਦ ਇੱਥੇ ਸਰਾਏ ਰੋਡ ਦੇ ਕੋਲ ਹੀ। ਅੱਛਾ ਜੀ। ਸ਼ਾਇਦ ਉੱਥੇ, ਅਤੇ ਉਹਦੇ ਵਿੱਚ ਕਾਫੀ ਅਫਰਾ ਤਫਰੀ ਫੈਲ ਗਈ, ਸਾਰੇ ਸ਼ਹਿਰ ਵਿੱਚ ਬੜੀ ਪੈਨਿਕ ਫੈਲ ਗਈ ਸੀ, ਬਹੁਤ ਪੈਨਿਕ ਫੈਲ ਗਈ। ਔਰ ਮਤਲਬ ਇਹ ਸ਼ਾਮ ਦਾ ਵੇਲਾ ਸੀ, 6 ਵਜੇ ਦਾ। ਉਹ ਸਾਰੇ ਮੈਨੂੰ ਕਹਿੰਦੇ ਡਾਕਟਰ ਸਾਹਿਬ ਫਿਰ ਸਵੇਰ ਨੂੰ ਸੰਕ੍ਰਾਂਤੀ ਹੋਏਗੀ ਕਿ ਨਹੀਂ ਹੋਏਗੀ। ਮੈਂ ਥੋੜ੍ਹੀ ਦੇਰ ਤੱਕ ਚੁੱਪ ਰਿਹਾ। ਮੈਂ ਉਹਨਾਂ ਨੂੰ ਕਿਹਾ, ਮੈਂ ਤੁਸੀਂ ਦੱਸੋ। ਕਹਿੰਦੇ ਨਹੀਂ ਡਾਕਟਰ ਸਾਹਿਬ, ਇਹ ਹਾਲਾਤ ਬੜੇ ਮਾੜੇ ਆ, ਅਸੀਂ ਸਮਝਦੇ ਹਾਂ ਕਿ ਕਾਰਨ ਕੀ ਹੈ। ਦੇਖੋ ਐਵੇਂ ਈਸ਼ਵਰ ਨਾ ਕਰੇ, ਜੇ ਕਿ ਸਵੇਰ ਨੂੰ ਐਸੀ ਦੁਰਘਟਨਾ ਹੋ ਗਈ
ਤਾਂ ਫਿਰ ਤੁਸੀਂ ਸੋਚੋ ਵੀ ਕੀ ਹੋਏਗਾ, ਕਿੱਦਾਂ ਸ਼ਹਿਰ ਦੇ ਵਿੱਚ ਬਹੁਤ ਬੁਰਾ ਹਾਲਾਤ ਬਣ ਜਾਣਗੇ। ਮੈਂ ਉਹਨਾਂ ਨੂੰ ਉੱਤਰ ਇੱਕ ਦਿੱਤਾ, ਮੈਂ ਕਿਹਾ ਭਈ ਦੇਖੋ ਗੱਲ ਇਹ ਹੈ ਕਿ ਸਭ ਤੋਂ ਮੂਹਰੇ ਤਾਂ ਮੈਂ ਹੀ ਬੈਠਾ ਹੁਣ ਨਾ। ਕਹਿੰਦੇ ਹਾਂਜੀ। ਮੈਂ ਕਿਹਾ ਇਸ ਕਰਕੇ ਜੇ ਕੋਈ ਐਸੀ ਆਏਗੀ ਤਾਂ ਪਹਿਲੋਂ ਫੇਸ ਮੈਂ ਕਰਾਂਗਾ, ਠੀਕ ਹੈ ਨਾ ਜੀ ਜੀ। ਤੇ ਨੰਬਰ 2 ਦੇਖੋ, ਮੈਂ ਕਿਹਾ ਛੱਡਣ ਨੂੰ ਕੀ, ਮੈਂ ਹੁਣ ਹੀ ਅਨਾਊਂਸ ਕਰ ਦਊਂਗਾ ਵੀ ਕੱਲ੍ਹ ਨੂੰ ਸੰਕ੍ਰਾਂਤੀ ਨਹੀਂ ਹੋਣੀ, ਲੋਕ ਆਂਡਣ ਬਹੁਤ ਸੋਹਣੀ ਗੱਲ ਨਹੀਂ ਆਉਂਦੇ। ਲੇਕਿਨ ਮੈਂ ਇਹ ਸੋਚ ਲਓ ਇੱਕ ਵਾਰੀ ਛੱਡ ਦੇਵਾਂਗੇ, ਲੇਕਿਨ ਮੁੜ ਕੇ ਸ਼ੁਰੂ ਕਰਨੀ ਬਹੁਤ ਔਖੀ ਹੋ ਜਾਣੀ ਹੈ। ਜੀ 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 ਜੀ। ਜੇ ਇਹਨੂੰ ਕੰਟੀਨਿਊ ਰੱਖਾਂਗੇ ਤਾਂ ਚਲੀ ਜਾਊਗੀ, ਕੋਈ ਦਿੱਕਤ ਨਹੀਂ। ਔਰ ਮੈਂ ਤੁਹਾਨੂੰ ਗਰੰਟੀ ਕਰਦਾ ਹੋਣਾ ਕੁਝ ਨਹੀਂ, ਚਿੰਤਾ ਨਾ ਕਰੋ। ਫਿਰ ਮੈਂ ਉਹਨਾਂ ਨੂੰ ਇੱਕ ਸਪਸ਼ਟੀਕਰਨ ਦਿੱਤਾ, ਮੈਂ ਤੁਹਾਨੂੰ ਸ਼ਾਇਦ ਪਤਾ ਨਹੀਂ, ਸਮਝ ਲਓ ਜਿਹੜੇ ਤੱਤਵਾਂ ਨੇ ਇਹ ਬੰਬ ਚਲਾਇਆ ਹੈ, ਸਭ ਕੁਝ ਕੀਤਾ, ਤੁਸੀਂ ਮੈਨੂੰ ਦੱਸੋ ਕਰਕੇ ਇੱਥੇ ਬੈਠੇ ਰਹਿਣਗੇ ਫਗਵਾੜੇ? ਉਹ ਤਾਂ ਮੈਂ ਉਹਨੂੰ ਪਹੁੰਚੇ ਹੋੜੇ ਜਲੰਧਰ। ਇਸ ਕਰਕੇ ਮੈਂ ਹੁਣ ਤਾਂ ਲਾਈਨ ਉੱਦਾਂ ਹੀ ਕਲੀਅਰ ਹੈ ਤੁਹਾਡੀ, ਚਿੰਤਾ ਨਾ ਕਰੋ, ਕੁਝ ਨਹੀਂ ਹੁੰਦਾ। ਉਹ ਫਿਰ ਉਹਨਾਂ ਨੂੰ ਸਾਹ ਆ ਗਿਆ ਸੀ। ਸਵੇਰੇ ਫਿਰ ਸੰਕ੍ਰਾਂਤੀ ਬਿਲਕੁਲ ਐਜ਼ ਇਟ ਇਜ਼ ਕੀਤੀ। ਤਾਂ ਸੰਕ੍ਰਾਂਤੀ ਅਸੀਂ ਇੱਕ ਵੀ ਮਿਸ ਨਹੀਂ ਕੀਤੀ, ਪੂਰੇ ਟੈਨਿਓਰ ਦੇ ਅੰਦਰ ਇੱਕ ਵੀ ਸੰਕ੍ਰਾਂਤੀ ਮਿਸ ਨਹੀਂ ਕੀਤੀ। ਅਸੀਂ ਕਿਹਾ ਨਹੀਂ ਕਰਾਂਗੇ। ਬਹੁਤ ਵਧੀਆ ਡਾਕਟਰ ਸਾਹਿਬ, ਮੈਨੂੰ ਨਾ ਤੁਹਾਡੇ ਜੋ ਤੁਸੀਂ ਬੋਲਦੇ ਆ ਸੰਕ੍ਰਾਂਤੀ ਦੇ ਵਿੱਚ ਬੋਲਦੇ ਹੁੰਦੇ ਸੀਗੇ ਕਿ ਸਾਡਾ ਮਨ ਨਾ ਡੋਲ ਜਾਂਦਾ ਜਿੱਦਾਂ ਅਸੀਂ ਕੋਈ ਪ੍ਰੋਗਰਾਮ ਕੋਈ ਆਰਗੇਨਾਈਜ਼ ਕਰਦੇ ਹੁੰਦੇ ਸੀ ਧਾਰਮਿਕ, ਤੇ ਬਹੁਤ ਜਿਹੜੇ ਆਪਣੇ ਸੇਵਕ ਸੀਗੇ ਡੋਲ ਜਾਂਦੇ ਸੀ, ਜਿਹੜੇ ਆਰਗੇਨਾਈਜ਼ਰ ਸੀਗੇ ਕਿ ਮੀਂਹ ਨਾ ਪੈ ਜਾਵੇ, ਜੀ ਨਾ ਹੋ ਜਾਵੇ। ਬਟ ਤੁਹਾਡੇ ਮੈਂ ਵਚਨ ਸੁਣਿਆ ਹੈ ਕਿ ਨਹੀਂ ਪੈਂਦਾ, ਮੈਂ ਡੰਕੇ ਦੀ ਚੋਟ ਤੇ ਪੈਂਦਾ, ਮੀਂਹ ਨਹੀਂ ਪਊਗਾ, ਤੁਸੀਂ ਕੰਮ ਸ਼ੁਰੂ ਕਰੋ ਜੀ, ਹੈ ਨਾ। ਇੰਨਾ ਵਿਸ਼ਵਾਸ ਸੀਗਾ ਤੁਹਾਨੂੰ ਭਗਵਾਨ ਜੀ ਤੇ। ਉਹ ਮੈਂ ਤੁਹਾਨੂੰ ਦੱਸਾਂ, ਇਹ ਸਾਡਾ ਇੱਕ ਵਾਰੀ ਰਾਮਨੌਮੀ ਸੀਗੀ। ਅੱਛਾ ਜੀ। ਇੱਥੇ ਗੀਤਾ ਵਨ ਮਾਲ ਟਾਊਨ ਦੇ ਵਿੱਚ ਰਾਮਨੌਮੀ ਸੀਗੀ, ਤੇ ਅਸੀਂ ਅਖੰਡ ਜੋਤ ਜਲਾਉਂਦੇ ਹੁੰਦੇ ਸੀਗੇ, ਤੁਹਾਨੂੰ ਯਾਦ ਆ ਜੀ ਗਿਆ ਹੋਊਗਾ ਗੀਤਾ ਵਨ, ਹੈ ਨਾ। ਤੇ ਉਹ ਅਸੀਂ ਜਿੰਨੇ ਦਿਨ ਵੀ ਕਾਰਜਕ੍ਰਮ ਅਖੰਡ ਜੋਤ ਚੱਲਦੀ ਹੁੰਦੀ ਸੀ ਸਾਡੀ, ਤੇ ਬਾਹਰ ਕਾਰਜਕ੍ਰਮ ਕਰੀਦਾ ਸੀ, ਯਾਦ ਹੈ ਨਾ, ਜਿੱਥੇ ਬੜਾ ਵੱਡਾ ਮੰਚ ਹੁੰਦਾ ਸੀ, ਬਹੁਤ ਅੱਛਾ ਟੈਂਟ ਲੱਗਦਾ ਹੁੰਦਾ ਸੀਗਾ ਜੀ, ਸਵੇਰੇ ਸਵੇਰੇ ਵੀ ਪਜਾਉਂਦੇ ਹੁੰਦੇ ਸੀਗੇ, ਉਹਦੇ ਜਿਹਦੇ ਸਵਾਮੀ ਲੋਕੇਸ਼ਾਨੰਦ ਜੀ, ਦੇਵੀ ਜੀ, ਹੋਰ ਸਾਰੇ ਸੰਤ ਆਉਂਦੇ ਹੁੰਦੇ ਸੀ। ਜੀ 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 ਜੀ। ਤੇ ਉਹ ਅਸੀਂ ਸ਼ਾਮ ਦਾ ਵੇਲਾ ਅਸੀਂ ਗਏ ਉੱਥੇ, ਤਾਂ ਬਾਰਿਸ਼ ਸ਼ੁਰੂ ਹੋ ਗਈ ਜੀ, ਔਰ ਇੰਨੀ ਹਨੇਰੀ, ਇੰਨਾ ਤੂਫਾਨ, ਇੰਨੀ ਬਾਰਿਸ਼ ਹੋਈ, ਮੈਨੂੰ ਅੱਜ ਵੀ ਯਾਦ ਹੈ ਉਹ ਸਾਰਾ, ਕਿ ਸਾਰਾ ਪੰਡਾਲ ਜਿਹੜਾ ਵਾ ਉਖੜ ਗਿਆ, ਸਾਰਾ ਹੀ ਪੰਡਾਲ ਉਖੜ ਗਿਆ। ਤਾਂ ਸਾਡੇ ਸ਼੍ਰੀ ਰਾਮਪਾਲ ਜੀ ਜਿਹੜੇ ਅੱਜ ਨਹੀਂ ਸਾਡੇ ਵਿੱਚ, ਬੜੇ ਭਾਵੁਕ ਸੀ, ਉਹਨਾਂ ਨੇ ਦੌੜ ਕੇ ਗਏ ਔਰ ਆਪਣਾ ਕਮੀਜ਼ ਹੀ ਉੱਤੇ ਕਰਕੇ ਜੋਤ ਨੂੰ ਸੰਭਾਲ ਕੇ ਔਰ ਜਾ ਕੇ ਹਾਲ ਦੇ ਵਿੱਚ ਸਥਾਪਿਤ ਕਰ ਦਿੱਤੀ ਕਿ ਹੁਣ ਕੋਈ ਨਹੀਂ, ਫਿਰ ਬਾਹਰ ਆਏ। ਤੇ ਉੱਥੇ ਆਪਣੇ 15-20 ਕਾਰਜਕਰਤਾ ਸੀਗੇ ਉਸ ਵੇਲੇ, ਕਿਉਂਕਿ ਅਸੀਂ ਰੋਜ਼ ਇਕੱਠੇ ਹੋ ਜਾਈਦਾ ਸੀਗਾ। ਉਹ ਕਰਕੇ ਸਾਰੇ ਮਤਲਬ ਇੱਧਰ ਉੱਧਰ ਕਹਿੰਦੇ ਬਾਰਿਸ਼ ਕਿ ਅਸੀਂ ਹੋਣੀ ਅੱਜ ਹਟਣਾ ਹੀ ਨਹੀਂ ਹੈ, ਬਹੁਤ ਭਿਅੰਕਰ ਬਾਰਿਸ਼ ਹੋ ਰਹੀ ਸੀ। ਉਸ ਤੋਂ ਬਾਅਦ ਫਿਰ ਅਸੀਂ ਗੀਤਾ ਉਹ ਮੰਦਿਰ ਜਿਹਾ ਸੀ ਨਾ, ਉਹਦੇ ਵਿੱਚ ਅਸੀਂ ਬੈਠ ਗਏ, ਮੈਂ ਜਾ ਕੇ ਬੈਠ ਗਿਆ, ਸਾਰੇ ਆਲੇ ਦੁਆਲੇ ਮੇਰੇ ਆ ਕੇ ਬੈਠ ਗਏ, ਤੋਂ 15-20 ਲੋਕ ਅਸੀਂ ਸਾਰੇ ਉੱਥੇ ਬੈਠ ਗਏ। ਤੇ ਉਹ ਮੈਨੂੰ ਸਾਰੇ ਕਹਿੰਦੇ ਡਾਕਟਰ ਸਾਹਿਬ ਸਵੇਰੇ ਫਿਰ ਕਾਰਜਕ੍ਰਮ ਦੇ ਬਾਰੇ ਕੀ ਤੁਸੀਂ ਕਹਿਣਾ ਵਾ, ਇਹੋ ਜਿਹੇ ਹਾਲਾਤ ਦੇ ਵਿੱਚ ਦੱਸੋ ਕੀ ਹੈ। ਮੈਂ ਕੁਛ ਨਹੀਂ ਕਿਹਾ, ਮੈਂ ਇੱਕ ਗੱਲ ਕਹਿਣੀ ਹੈ, ਸਾਰੇ ਜਣੇ ਮੈਂ ਬੈਠੇ ਹੋ ਤੁਸੀਂ, ਮੇਰੀ ਇੱਕ ਗੱਲ ਸੁਣ ਲਓ। ਕਹਿੰਦੇ ਦੱਸੋ। ਮੈਂ ਦੇਖੋ, ਜੇ ਤਾਂ ਸਾਡੇ ਵਿੱਚੋਂ ਕਿਸੇ ਦੇ ਮਨ ਦੇ ਵਿੱਚ ਇਹ ਅਭਿਮਾਨ ਹੈ ਵੀ ਇਹ ਕਾਰਜਕ੍ਰਮ ਅਸੀਂ ਐਡਾ ਵੱਡਾ ਕਾਰਜਕ੍ਰਮ ਕਰ ਰਹੇ ਹਾਂ, ਬੜਾ ਸੋਹਣਾ ਕਾਰਜਕ੍ਰਮ, ਜੇ ਤਾਂ ਸਾਡੇ ਮਨ 'ਚ ਇਹ ਅਹੰਕਾਰ ਹੈ, ਫਿਰ ਮੇਰੀ ਗੱਲ ਹੁਣੇ ਹੀ ਨੋਟ ਕਰ ਲਓ, ਸਵੇਰ ਨੂੰ ਇੱਕਦਮ ਵਾਅਦਾ ਆਏਗੀ, ਕਾਰਜਕ੍ਰਮ ਨਹੀਂ ਹੋਏਗਾ। ਲੇਕਿਨ ਜੇ ਅਸੀਂ ਸਾਰੇ ਨਿਸਵਾਰਥ ਹੋ ਕੇ ਭਗਵਾਨ ਇਹ ਤੇਰਾ ਕਾਰਜ ਹੈ, ਤੂੰ ਕਰਵਾਉਣਾ ਵਾ, ਔਰ ਫਿਰ ਮੈਂ ਤੁਹਾਡੇ ਨਾਲ ਗਰੰਟੀ ਕਰਦਾ ਕਿ ਸਵੇਰੇ ਕੁਛ ਵੀ ਨਹੀਂ ਹੋਏਗਾ, ਫਸਟ ਕਲਾਸ ਕਾਰਜਕ੍ਰਮ ਹੋਏਗਾ, ਬਿਲਕੁਲ ਨਿਸ਼ਚਿੰਤ ਹੋ ਕੇ ਜਾਓ ਘਰਾਂ ਨੂੰ, ਸਵੇਰ ਨੂੰ 5 ਵਜੇ ਆ ਜਾਈਏ, ਜਾਓ ਤੁਸੀਂ ਘਰ। ਚਲੋ ਸਾਰੇ ਚਲੇ ਗਏ। ਮੈਂ ਜਿਸ ਵੇਲੇ ਘਰ ਆਇਆ ਤਾਂ ਬਾਰਿਸ਼, ਤੂਫਾਨ ਐਡਾ ਵਰੀ, ਉਹ ਲੱਗੇ ਵੀ ਇਹ ਬਾਰਿਸ਼ ਬੰਦ ਹੀ ਨਹੀਂ ਹੋਣੀ। ਬਿਲਕੁਲ ਕੋਠੇ ਹੁੰਦੇ ਸੀ, ਯਾਦ ਹੈ ਨਾ, ਮਤਲਬ ਉੱਪਰ ਹੁੰਦਾ ਸੀ। ਤੇ ਮੈਂ ਇੱਥੇ ਆ ਕੇ ਸੌਂ ਗਿਆ। ਜਿਸਲੇ ਸਵੇਰੇ ਉੱਠਿਆ ਨਾ, ਬਿਲਕੁਲ ਮੈਂ ਤੁਹਾਨੂੰ ਸੱਚਾਈ ਘਟਨਾ ਦੱਸਣਾ, ਜਿਸਲੇ ਮੈਂ ਸਵੇਰੇ ਟਾਇਲਟ ਉੱਪਰ ਹੁੰਦਾ ਸੀਗਾ, ਤੇ ਮੈਂ ਕਿਹਾ ਚਲੋ ਮੈਂ ਜਾਣਾ, ਸਵੇਰੇ ਸਵੇਰੇ ਨੀਂਦ ਥੋੜ੍ਹਾ ਆਉਂਦੀ ਸੀ ਮੈਨੂੰ, ਸੀ ਉੱਥੇ ਦਾ। ਮੈਂ ਜਿਸਲੇ ਉੱਪਰ ਜਾ ਕੇ ਦੇਖਿਆ, ਸੁਰੇਸ਼ ਜੀ ਤੁਸੀਂ ਹੈਰਾਨ ਹੋਵੋਗੇ, ਉੱਪਰ ਐਡਾ ਐਡਾ ਮੋਟਾ ਤਾਰਾ ਚੜ੍ਹੇ ਹੋਇਆ। ਅਰੇ ਕਿਆ ਬਾਤ। ਔਰ ਮੈਨੂੰ ਅੱਜ ਵੀ ਉਹ ਦ੍ਰਿਸ਼ ਯਾਦ ਹੈ, ਜਿਸਲੇ ਮੈਂ ਤਾਰੇ ਦੇਖੇ ਸਾਰੇ,
ਮੇਰੀਆਂ ਅੱਖਾਂ 'ਚ ਪਾਣੀ ਹੈ। ਮੈਂ ਵਾਹ ਭਗਵਾਨ ਤੇਰੀ ਲੀਲਾ ਪਰੰਪਾਰ ਹੈ। ਦੇਖਤਾ ਮੈਂ ਕੋਈ ਕਹਿ ਸਕਦਾ ਵੀ ਰਾਤੀ ਇੰਨੀ ਬਾਰਿਸ਼ ਹੋਈ ਹੋਏਗੀ। ਜੀ 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 ਚਲੋ ਖੈਰ ਮੈਂ ਇੱਥੋਂ ਟੈਸਟ ਕਰਦੇ ਭਗਵਾਨ ਜੀ ਹਾਂ ਤੁਹਾਡੀ। ਮੈਂ ਦਮ ਤਿਆਰ ਹੋਇਆ, ਤਿਆਰ ਹੋ ਕੇ ਤੁਰ ਪਿਆ। ਤਾਂ ਮੇਰੀ ਆਦਤ ਹੈ, ਤੁਹਾਨੂੰ ਪਤਾ ਸੀ ਕਿ ਮੈਂ ਸਭ ਨੂੰ ਆਵਾਜ਼ ਮਾਰਦਾ ਜਾਂਦਾ ਹੁੰਦਾ ਸੀ। ਫਿਰ ਰਸਤੇ ਜਿੰਨੇ ਜਿਹੜੇ 5-7 ਦਸ ਨੂੰ ਆਵਾਜ਼ ਮਾਰ ਜਾਵਾਂ। ਮੈਂ ਜਿਹਦੇ ਘਰ ਵੀ ਆਵਾਜ਼ ਮਾਰਨ ਗਿਆ ਨਾ, ਉਹ ਪਤਾ ਲੱਗਾ ਕਿ ਉਹ ਤਾਂ ਚਲੇ ਗਏ ਆ। ਅਰੇ ਕੀ ਬਾਤ ਹੈ, ਪਹਿਲੇ ਪਹੁੰਚੇ। ਹਾਂ, ਔਰ ਮੈਂ ਜਿਸ ਵੇਲੇ ਗੀਤਾ ਭਵਨ ਮਾਡਲ ਟਾਊਨ ਪਹੁੰਚਿਆ ਤਾਂ ਉੱਥੇ 13-14 ਕਾਰਜਕਰਤਾ ਦਵਾ ਦਵ ਕੰਮ 'ਚ ਲੱਗੇ ਹੋਏ, ਔਰ ਮੇਰੇ ਜਾਂਦੇ ਨੂੰ ਉਹਨਾਂ ਨੇ ਸਾਰਾ ਕੁਝ ਸਟੇਜ ਨੂੰ ਸੈੱਟ ਕਰ ਚੁੱਕੇ ਸੀ। ਅਰੇ ਵਾਹ ਜੀ। ਸੋ ਇਹ ਭਗਵਾਨ ਦੀ ਕਿਰਪਾ ਔਰ ਕਾਰਜਕਰਤਾ ਦਾ ਨਿਸਵਾਰਥ ਪ੍ਰੇਮ ਜਿਹੜਾ ਹੈ, ਉਹਦਾ ਪਰਿਣਾਮ ਇਹ ਹੁੰਦਾ ਸੀ ਕਿ ਅਸੀਂ ਡਟ ਕੇ ਕਾਰਜਕ੍ਰਮ ਫਸਟ ਕਲਾਸ ਕਰ ਲੈਂਦੇ ਸੀ। ਔਰ ਕਾਰਜਕ੍ਰਮ ਦੀ ਸਾਡੀ ਵਿਸ਼ੇਸ਼ਤਾ ਜਿਹੜੀ ਤੁਹਾਨੂੰ ਪਤਾ ਹੀ ਹੈ ਕਿ ਮਿੰਟ ਵੀ ਇੱਕ ਉੱਪਰ ਥੱਲੇ ਨਹੀਂ ਹੋਣਾ। ਬਿਲਕੁਲ ਬਿਲਕੁਲ। ਔਰ ਉਹ ਸਾਰੇ ਕਿੰਨਾ ਕੁਝ ਸਾਡੇ ਤੇ ਆਉਂਦਾ ਸੀ, ਅਸੀਂ ਕਹਿੰਦੇ ਨੋ ਕਾਰਜਕ੍ਰਮ ਸਮੇਂ ਤੇ ਖੁਦ। ਬਲਕਿ ਤੁਹਾਨੂੰ ਯਾਦ ਹੈ ਕਿ ਐਡੇ ਐਡੇ ਮਹਾਂਪੁਰਸ਼ ਆਉਂਦੇ ਹੁੰਦੇ ਸੀ, ਅਸੀਂ ਉਹਨਾਂ ਨੂੰ ਵੀ ਕਹਿੰਦੇ ਟਾਈਮ ਤੋਂ ਬਾਅਦ ਨਹੀਂ। ਜੀ ਜੀ ਮੈਨੂੰ ਵੀ ਇੱਕ ਇਨਸੀਡੈਂਟ ਯਾਦ ਆ, ਮੇਰੇ ਖਿਆਲ ਨਾਲ ਸ਼ਾਇਦ ਮਾਤਾ ਜੀ ਨੇ ਸੁਣਾਇਆ ਹੋਣਾ ਕਿ ਆਪਣੇ ਤੇ ਮਹਾਰਾਜ ਜੀ, ਕਿਹੜੇ ਮਹਾਰਾਜ ਜਿਹੜੇ ਹੁੰਦੇ ਆਪਣੇ ਸਵਾਮੀ ਲੋਕੇਸ਼ਨਾਂ ਦੇ ਮਹਾਰਾਜ ਜੀ ਆਏ ਹੋਏ ਸੀਗੇ। ਹਾਂ। ਤੇ ਤੁਸੀਂ ਗਏ ਹੋਣੇ ਆ। ਹਾਂ। ਤੇ ਉਦੋਂ ਜਿਸ ਦਿਨ ਤੁਸੀਂ ਗਏ ਉਸ ਦਿਨ ਬਿਲਕੁਲ ਟਾਈਮ ਤੇ ਉਹਨਾਂ ਨੇ ਸੰਪੰਨ ਕੀਤਾ। ਉਹ ਹੀ ਹੋਇਆ ਸੀਗਾ, ਸਾਰੇ ਬੈਠੇ ਸੀਗੇ, ਉਹ ਸ਼ਿਵਪੁਰਾਣ ਦਾ ਚੱਲ ਰਿਹਾ ਸੀਗਾ ਜੀ। ਤੇ ਉਹ ਜਿਸਲੇ ਮੈਂ ਬੈਠਾ ਸੀਗਾ ਤੇ ਮਹਾਰਾਜ ਨੇ 4 ਤੋਂ 6 ਬੋਲਦੇ ਹੁੰਦੇ ਸੀਗੇ। ਜਿਸਲੇ 6 ਵੱਜ ਗਏ ਤੇ ਹਾਲੇ ਪ੍ਰਸੰਗ ਰਹਿੰਦਾ ਸੀ ਥੋੜਾ ਜਿਹਾ, ਤੇ स्वामी ने बरबल देखा, सब लोग कहने लगे भाई देखो अभी रहता था, लेकिन डॉक्टर साहब बैठे हैं इसलिए इसको बंद यही बंद कर देते हैं। बंद हो गया। कुदरती तीसरे दिन मैं उत्थे है नहीं सीगा ते कार्यक्रम चल रहा सीगा। स्वामी जी ने कहा भाई आज डॉक्टर साहब नहीं है, आज बोल लो जितना जी चाहता। जी जी जी। तो मतलब ऐसा तो रहता ही सी, सारा बड़ा अच्छा रहता सी। प्रभु की बड़ी कृपा सी। डॉक्टर साहब आई होप कि मैं ਤੁਹਾਨੂੰ मतलब ਤੁਸੀਂ ਤੁਹਾਡੇ ਕੁਝ ਹੈ ਤਾਂ ਨਹੀਂ ਰੂਟੀਨ ਵਗੈਰਾ कहता ਕੁਝ ਆਰਤੀ ਵਗੈਰਾ ਮੈਂ ਤਾਂ ਡਿਸਟਰਬ ਤਾਂ ਨਹੀਂ ਕਰ ਰਿਹਾ ਨਾ? नहीं चलो फिर नहीं कर चुके हैं सारा कुछ। ठीक है ठीक है जी। आप बैठे हैं चाय पी वास्ते बैठे सी। थैंक यू डॉक्टर साहब वास्ते जी, थैंक यू सो मच। ਤੇ ਡਾਕਟਰ ਸਾਹਿਬ ਧਾਰਮਿਕ ਸਮਿਤੀ ਬਾਰੇ ਕੁਝ ਦੱਸੋ ਜੀ, ਤੇ ਕਿੱਦਾਂ ਸ਼ੁਰੂਆਤ ਹੋਈ ਤੇ ਔਰ ਇਹੋ ਜੀ ਸੰਸਥਾ ਜਿਹਦਾ ਕੋਈ ਪ੍ਰਧਾਨ ਨਹੀਂ, ਜਿਹਦਾ ਕੋਈ ਹੋਰ ਇਹੀ ਦੱਸਣ ਲੱਗਾ ਜੀ। ਇਸ ਤਰ੍ਹਾਂ ਸੀ ਬੇਟੇ ਕਿ ਧਾਰਮਿਕ ਸਮਿਤੀ ਦਾ ਮੇਰੇ ਮਨ ਦੇ ਵਿੱਚ ਵਿਚਾਰ ਕਿਉਂ ਆਇਆ ਸੀਗਾ ਜੀ, ਕਿਉਂਕਿ ਸਪਸ਼ਟ ਹੈ ਕਿ ਮੈਂ RSS ਦਾ कार्यकर्ता ਸੀ, ਪ੍ਰਚਾਰਕ ਰਿਹਾ ਬਹੁਤ ਦੇਰ ਪ੍ਰਚਾਰਕ ਰਿਹਾ। ਅੱਛਾ ਜੀ ਅੱਛਾ ਜੀ। ਤੋ ਮੇਰੇ ਮਨ ਦੇ ਵਿੱਚ ਸੀ ਕਿ ਮੇਰੇ ਮਨ ਦੇ ਵਿੱਚ ਵੀ ਕਿਉਂ ਇਹ ਮੇਰੇ ਲਗਭਗ ਵੈਨ ਆਈ ਵਾਜ਼ ਜਸਟ 17 ਜਦੋਂ ਮੇਰੀ ਉਮਰ 17 ਸਾਲ ਦਾ ਸੀ, ਮੈਨੂੰ ਉਦੋਂ ਤਾਂ ਹੀ ਇਉਂ ਲੱਗਦਾ ਹੁੰਦਾ ਸੀ ਕਿ ਪ੍ਰਮਾਤਮਾ ਮੇਰੇ ਤੋਂ ਕੁਝ ਕਰਵਾਉਣਾ ਚਾਹੁੰਦਾ ਹੈ, ਲੇਕਿਨ ਕੀ ਕਰਵਾਉਣਾ ਚਾਹੁੰਦੇ ਹੋ ਉਹ ਮੈਂ ਕਲੀਅਰ ਨਹੀਂ, ਮੈਨੂੰ ਸਮਝ ਨਹੀਂ ਆਉਂਦੀ, ਬਿਲਕੁਲ ਨਹੀਂ ਸੀ ਸਮਝ ਆਉਂਦਾ ਹੁੰਦਾ। ਮੈਂ ਕਹਿੰਦਾ ਮੈਨੂੰ ਲੱਗਦਾ ਕਿ ਪ੍ਰਮਾਤਮਾ ਮੇਰੇ ਤੋਂ ਕੁਝ ਕਰਵਾਉਣਾ ਚਾਹੁੰਦਾ ਹੈ। ਔਰ ਮੈਂ ਕਈ ਵਾਰੀ ਸਵਾਮੀ ਲੋਕੇਸ਼ਨਨ ਜੀ, ਮਾਤਾ ਸੰਧੂਰਾ ਜੀ ਨੂੰ ਹੋਰ ਇਹ ਇੱਕ ਪ੍ਰਸ਼ਨ ਕਰਦਾ ਹੁੰਦਾ ਸੀ ਕਿ ਪਤਾ ਨਹੀਂ ਕੀ ਹੈ ਪ੍ਰਭੂ, ਅਗਿਆਤ ਮੈਨੂੰ ਕੋਈ ਨਿਰਦੇਸ਼ ਹੁੰਦਾ ਵੈ ਲੇਕਿਨ ਸਪਸ਼ਟ ਨਹੀਂ ਹੁੰਦਾ ਵੀ ਆਹ ਕਰਨਾ। ਤੋ ਇਹ ਫਿਰ ਇੱਕ ਵਾਰੀ ਮੈਂ ਇੱਥੋਂ ਜਾ ਰਿਹਾ ਸੀ ਨਵਾਂ ਸ਼ਹਿਰ ਜਾ ਰਿਹਾ ਸੀ ਜਾੜਲੇ, ਅਤੇ ਇੱਥੋਂ ਫਗਵਾੜੇ ਮੈਂ ਬੱਸ ਦੇ ਵਿੱਚ ਬੈਠਿਆ, ਬਸ ਬੈਠੇ ਮੇਰੇ ਦਿਮਾਗ ਸ਼ੁਰੂ ਹੋ ਗਿਆ ਵੀ ਕੀ ਕਰਨਾ ਚਾਹੀਦਾ, ਕਿਸ ਤਰ੍ਹਾਂ ਕਰਨਾ ਚਾਹੀਦਾ, ਜਿੱਦਾਂ ਸੁਭਾਵਿਕ ਵਿਅਕਤੀ ਸੋਚਦਾ। ਤੋ ਸੁਰੇਸ਼ ਜੀ ਚਲਦੇ ਚਲਦੇ ਮੇਰੇ ਮਨ 'ਚ ਆਇਆ ਕਿ ਇੱਕ ਨਕਸ਼ਾ ਜੇ ਮੈਂ ਬਣਾਉਣਾ ਸ਼ੁਰੂ ਕੀਤਾ ਕਿ ਇੱਦਾਂ ਹੀ ਸੰਸਥਾ ਹੋਵੇ, ਕਾਰਜਕਰਤਾ ਹੋਣ, ਬੜਾ ਯੂਨੀਕ ਜਿਹਾ, ਬੜਾ ਆਦਰਸ਼ ਸਿਧਾਂਤ ਸਾਡੇ ਹੋਣ, ਕਿਉਂਕਿ ਅੱਜ ਸਮਾਜ ਦੇ ਵਿੱਚ ਸਪਸ਼ਟ ਗੱਲ ਕਿਸੇ ਦਾ ਨੂੰ ਕਹਿਣਾ ਨਹੀਂ ਕੁਛ ਵੀ ਚਾਹੀਦਾ, ਕਿਉਂਕਿ ਸਭ ਆਪਣੀ ਜਗ੍ਹਾ ਠੀਕ ਹੈ, ਲੇਕਿਨ ਦੇਖਣ ਦੇ ਵਿੱਚ ਇਹ ਆਉਂਦਾ ਸੀ ਕਿ ਸੰਸਥਾਵਾਂ ਦੇ ਵਿੱਚ ਬਹੁਤ ਗੜਬੜਾਈ ਚੱਲ ਰਹੀ ਹੈ, ਕਰਪਸ਼ਨ ਵਗੈਰਾ ਸਭ ਕੁਛ ਜੀ। ਤੋ ਮੈਂ ਫਿਰ ਰਸਤੇ ਸੋਚਦਾ ਮੈਂ ਨਵੇਂ ਸ਼ਹਿਰ ਪਹੁੰਚ ਗਿਆ। ਤੋ ਲਗਭਗ 1 ਘੰਟੇ ਦਾ ਸਫ਼ਰ ਸੀਗਾ, ਉਹਦੇ ਵਿੱਚ ਮੈਂ ਕਾਫੀ ਕੁਛ ਮਨ ਤਿਆਰ ਕਰ ਲਿਆ ਆਪਣਾ। ਫਿਰ ਉੱਥੋਂ ਆ ਕੇ ਮੈਂ ਫਗਵਾੜੇ, ਤਾਂ ਮੈਨੂੰ ਅੱਛੀ ਤਰ੍ਹਾਂ ਯਾਦ, ਮੈਂ 7-8 ਲੋਕਾਂ ਨੂੰ ਬੁਲਾਇਆ ਔਰ ਬੁਲਾ ਕੇ ਉਹਨਾਂ ਦੇ ਸਾਹਮਣੇ ਇੱਕ ਵਿਸ਼ੇ ਰੱਖਿਆ ਕਿ ਬਈ ਇੱਕ
ਵੈਸੇ ਤਾਂ ਨੋ ਡਾਊਟ ਸੰਸਥਾਵਾਂ ਅੱਗੇ ਕਿਹੜੀਆਂ ਥੋੜ੍ਹੀਆਂ ਬਥੇੜੀਆਂ ਵਾ, ਜੀ ਜੀ ਲੇਕਿਨ ਅਸੀਂ ਚਾਹੁੰਦੇ ਹਾਂ ਕਿ ਸੰਸਥਾ ਵਿਦ ਡਿਸਟੈਂਸ ਕਿ ਉਹਦਾ ਆਦਰਸ਼ ਕੁਛ ਅੱਛੇ ਅਲੱਗਾ ਹੋਣ। ਬਾਕੀ ਜੇ ਤਾਂ ਉਹੀ ਬਣਾਉਣੀ ਆ ਫਿਰ ਤਾਂ ਕੋਈ ਫਾਇਦਾ ਹੀ ਕੋਈ ਨਹੀਂ, ਬਥੇਰੀਆਂ ਹੈਗੀਆਂ। ਜੀ 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 ਲੇਕਿਨ ਮੈਂ ਚਾਹੁੰਦਾ ਕਿ ਕੋਈ ਇੱਦਾਂ ਦਾ ਕਹਿੰਦੇ ਦੱਸੋ ਡਾਕਟਰ ਸਾਹਿਬ ਤੁਹਾਡੇ ਮਨ 'ਚ ਕੀ ਹੈ। ਬੜੇ ਅੱਛੇ ਲੋਕ ਸੀ ਉਸ ਮੀਟਿੰਗ ਦੇ ਵਿੱਚ ਬੈਠੇ, ਇੱਥੇ ਨਾਈਆਂ ਦੇ ਚੌਂਕ ਸੀ, ਉੱਥੇ ਮੀਟਿੰਗ ਹੋਈ ਮੈਨੂੰ ਯਾਦ ਹੈ ਜੀ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਮੇਰੇ ਮਨ ਦੇ ਵਿੱਚ ਇਹ ਹੈ ਕਿ ਸੰਸਥਾ ਐਸੀ ਹੋਵੇ ਕਿ ਜਿਹਦਾ ਇਹ ਜਿਹੜਾ ਅੱਜ ਕੱਲ੍ਹ ਸੋ ਕਾਲਡ ਹੈ ਨਾ ਕਿ ਅਸੀਂ ਚੌਧਰ ਦੇ ਵਾਸਤੇ ਲੜਦੇ ਹਾਂ ਕਿ ਮੈਂ ਪ੍ਰਧਾਨ ਹਾਂ ਉਹ ਪ੍ਰਧਾਨ ਹਾਂ, ਇਹਦੀ ਲੜਾਈਆਂ ਚੱਲ ਰਹੀਆਂ ਜੀ ਜੀ। ਤਾਂ ਮੈਂ ਇਹ ਚਾਹੁੰਦਾ ਕਿ ਇਹ ਸੰਸਥਾ ਇਹੋ ਜਿਹੀ ਹੋਵੇ ਜਿਹਦੇ ਵਿੱਚ ਕੋਈ ਕਿਸੇ ਦੇ ਕੋਲ ਕੋਈ ਦਾਇਿਤਵ ਨਹੀਂ ਆ, ਲੇਕਿਨ ਸਭ ਕੋਲ ਸਭ ਦਾਇਿਤਵ ਹੈ। ਕੀ ਬਾਤ। ਤੇ ਐਸਾ ਮੈਂ ਚਾਹੁੰਦਾ ਹਾਂ ਕਿ ਮਤਲਬ ਇਹ ਪ੍ਰਧਾਨਗੀ ਸਰਦਾਰਗੀ ਨਹੀਂ ਹੋਣੀ ਚਾਹੀਦੀ, ਮੇਰੀ ਐਸੀ ਇੱਛਾ ਹੈ। ਦੂਸਰਾ ਮੈਂ ਦੇਖਦਾ ਸਮਾਜ ਦੇ ਵਿੱਚ ਇੱਕ ਬੜਾ ਰੋਗ ਹੈ ਕਿ ਅਸੀਂ ਸਭ ਕੁਝ ਪੈਸੇ ਵਾਸਤੇ ਕਰਦੇ ਹਾਂ, ਪੈਸਾ ਇਕੱਠਾ ਕਰੋ ਪੈਸਾ, ਔਰ ਫਿਰ ਉਹ ਪੈਸੇ ਦੇ ਕਾਰਨ ਲੜਾਈਆਂ ਹੁੰਦੀਆਂ, ਪੈਸੇ ਦੇ ਕਾਰਨ ਆਰੋਪ ਲੱਗਦੇ ਆ ਕਿ ਉਹ ਖਾ ਗਿਆ ਉਹ ਖਾ ਗਿਆ, ਇਹ ਕੁਛ ਹੀ ਹੁੰਦਾ। ਤਾਂ ਮੈਂ ਮੇਰੀ ਇੱਛਾ ਇਹ ਹੈ, ਮੈਂ ਚਾਹੁੰਦਾ ਕਿ ਕੋਈ ਪੈਸਾ ਇਕੱਠਾ ਨਾ ਕੀਤਾ ਜਾਵੇ, ਨਾ ਕਿਸੇ ਕੋਲੋਂ ਮੰਗਿਆ ਜਾਵੇ। ਜੇ ਅਸੀਂ ਆਪ ਕਰ ਸਕਦੇ ਹਾਂ ਆਪ ਕਰ ਲਓ, ਨਹੀਂ ਕਰ ਸਕਦੇ ਤਾਂ ਨਾ, ਹਾਂ ਕੋਈ ਹੱਸ ਕੇ ਤੁਹਾਨੂੰ ਆਪਣੇ ਆਪ ਦੇ ਵੋਲੰਟਰੀ ਦਿੰਦਾ ਤਾਂ ਤੁਸੀਂ ਐਕਸੈਪਟ ਕਰ ਲਓ। ਲੇਕਿਨ ਜੋ ਪਰਚੀਆਂ ਲੈ ਕੇ ਘੁੰਮੋ ਉੱਥੇ ਜਾ ਕੇ ਲਓ ਜੀ, ਉਹ ਕਹਿਣ ਨਹੀਂ ਜੀ ਅਸੀਂ ਤਾਂ 50 ਰੁਪਏ ਦੇਣੇ, ਕਹਿਣ ਨਹੀਂ ਜੀ 500 ਦਿਓ, ਚਲੋ 200 ਦਾ ਦੇ ਦਿਓ, ਚਲੋ ਫਿਰ 100 ਹੀ ਦੇ ਦਿਓ। ਮੈਂ ਇਹ ਸੌਦੇਬਾਜ਼ੀ ਮੈਨੂੰ ਅੱਛੀ ਨਹੀਂ ਲੱਗਦੀ। ਸੋ ਮੇਰੀ ਇੱਛਾ ਕਿ ਦੂਸਰਾ ਸਿਧਾਂਤ ਇਹ ਰੱਖਿਆ ਜਾਵੇ। ਤੀਸਰਾ ਸਿਧਾਂਤ ਮੈਂ ਇਹ ਚਾਹੁੰਦਾ ਕਿ ਅੱਜ ਸਮਾਜ ਦੇ ਵਿੱਚ ਕੀ ਨਜ਼ਰ ਆਉਂਦਾ ਕਿ ਅਸੀਂ ਫੰਕਸ਼ਨ ਕਰਦੇ ਹਾਂ, ਸਪਸ਼ਟ ਗੱਲ ਹੈ ਪੋਲੀਟੀਕਲ ਲੋਕਾਂ ਦਾ ਇਸ ਵੇਲੇ ਮਹੱਤਵ ਹੈ ਬਹੁਤ ਇੰਪੋਰਟੈਂਟ ਕਿ ਅਸੀਂ ਕੋਈ ਇੱਕ ਐਮਸੀ ਵੀ ਹੈ ਅਸੀਂ ਉਹਨੂੰ ਤਾਂ ਇੰਪੋਰਟੈਂਸ ਦੇਵਾਂਗੇ, ਲੇਕਿਨ ਕੋਈ ਸਮਾਜ ਦਾ ਅੱਛਾ ਸੁਲਝਿਆ ਹੋਇਆ ਸਿਧਾਂਤਵਾਦੀ ਵਿਅਕਤੀ ਹੈ ਉਹਨੂੰ ਕੋਈ ਪੁੱਛਦਾ ਨਹੀਂ ਹੈ। ਸੋ ਮੈਂ ਇਹ ਚਾਹਾਂਗਾ ਕਿ ਤੀਸਰਾ ਸਿਧਾਂਤ ਇਹ ਸੰਸਥਾ ਦਾ ਇਹ ਰੱਖਿਆ ਜਾਵੇ ਕਿ ਆਪਣੇ ਮੰਚ ਦੇ ਉੱਤੇ ਕਿਸੇ ਪੋਲੀਟੀਕਲ ਵਿਅਕਤੀ ਨੂੰ ਮਹੱਤਵ ਨਾ ਦਿੱਤਾ ਜਾਵੇ। ਕੀ ਬਾਤ ਹੈ ਜੀ। ਔਰ ਚੌਥਾ ਜਿਹੜਾ ਹੈ ਮੈਂ ਜੀ ਅੱਜ ਨਜ਼ਰ ਇਹ ਆਉਂਦਾ, ਪ੍ਰਾਇ ਇੱਕ ਬਿਮਾਰੀ ਹੋਈ ਹੈ ਕਿ ਅਸੀਂ कार्यक्रम शुरू कार्ड पे लिख दें कि 8 से 10 बजे तक होगा, लेकिन 8 बजे तक मैं उत्ते दरियाँ बड़ी बिछियाँ होंदियां और लगभग 9 सवा 9 बजे शुरू करते हैं, फिर रात को 11 साढ़े 11 12 बजा दें हैं। तो मैं चाहना ये संस्था ऐसी होवे, टाइम की पाबंद होवे, पंक्चुअल होवे कि अगर 8 तो 10 किया तो 8 तो 10 का मतलब 10 ही होना चाहिए, 8 का मतलब 8 ही। 8 बजे कह के इसका मतलब नहीं कि 8:30 शुरू करो, नो 8 बजे थोड़े माइक जोड़ा है वो बोलना चाहिए है। सो ये 4 चीज़ां, लेकिन मैनू अच्छी तरह याद है मैनू सारिਆਂ ने बड़ा निराश जिहा किया कि नहीं ये हो ही नहीं कदी सकता, ये कदी हो सकता जी। मैं फिर उन्होंने कहा कि अच्छा सिर्फ 3 महीने का पीरीयड लो, तुसीं 3 महीनों के विच देखो जे तो थानू इचों कोई रिजल्ट मिले तुहानू कंटीन्यू करा के तो बंद कर देंगे। लेकिन वो प्रभु की कृपा ऐसी हुई है कि वो 3 महीने दे अज इहदा नौकी है 40-45 साल हो गए है। मतलब मैनू अच्छी तरह दिस वाज दी टॉक ऑफ 79 च शुरू किया सीगा और हुण तुसीं देख लो इस वेले 2021-22 आ गया हुण तां। लेकिन प्रभु की कृपा दे नाल कोई प्रधान नहीं जी, कोई नो बिल्कुल नहीं, वो आबाद गति के नाल चल रहे बस सोच रही। हाँ मैनू सारे पुछया फिर जी चलाओ कि मैं हाँ एक पोस्ट मैं इहदे विच रख लो कन्वीनर की कि वन शुड कन्वीन ऑल दी कार्यकर्ता। मैं हाँ तुसीं रख लो, कहते भी डॉक्टर साहब तुसीं रखोगे, मैं कर लूँगा, मैनू की इतराज़ है क्योंकि मेरी तो सोच हैगी हुई है। सो तां जी बस हो ਹੁੰਦਾ बड़ा अच्छा प्रभु की कृपा ਦੇ ਨਾਲ ਚੱਲ ਹੀ ਰਹੀ। ਡਾਕਟਰ ਸਾਹਿਬ ਕਦੋਂ ਕੋਈ ਵੀ ਆਪਾਂ ਅੱਛਾ ਕੰਮ ਕਰਦੇ ਹਾਂ ਨਾ ਤਾਂ ਡੈਫੀਨਿਟਲੀ ਰੁਕਾਵਟਾਂ ਤਾਂ ਬਹੁਤ ਆਉਂਦੀਆਂ ਰਾਈਟ, ਬਹੁਤ ਆਉਂਦੀਆਂ, ਲੇਕਿਨ ਮਹਾਰਾਜ ਦੀ ਕਿਰਪਾ ਨਾਲ ਉਹੀ ਸਭ ਨਿਬੇੜਦੇ ਆ ਰਾਈਟ। ਤੇ ਆਪਾਂ ਨੂੰ ਜਦੋਂ ਆਪਾਂ ਸਟਾਰਟ ਕੀਤੀ ਸੀਗੀ ਧਾਰਮਿਕ ਸਮਿਤੀ ਤਾਂ ਕਿਹੜੀ ਕਿੱਦਾਂ ਦੀਆਂ ਰੁਕਾਵਟਾਂ ਆਈਆਂ ਸੀ? ਆਪਾਂ ਸਭ ਤੋਂ ਵੱਡੇ ਵਿੱਚ ਦੇਖੋ ਇਹ ਹੁੰਦਾ ਕਦੀ ਵੀ ਕੋਈ ਤੁਸੀਂ ਨਵਾਂ ਕੰਮ ਸ਼ੁਰੂ ਕਰਦੇ ਨਾ ਉਹਦੇ ਵਿੱਚ 3 ਪੜਾਅ ਆਉਂਦੇ ਆ ਜੀ। ਪਹਿਲਾ ਪੜਾਅ ਇਹ ਆਉਂਦਾ ਕਿ ਲੋਕ ਦਾ ਮਜ਼ਾਕ ਹੀ ਉਡਾਉਂਦੇ ਆ ਜੀ ਜੀ,
ਪਹਿਲਾਂ ਤਾਂ ਇਹੀ ਕਹਿ ਰਹੇ ਲੈ ਇਹ ਬਹੁਤੇ ਨਵੇਂ ਭਗਤ ਜੰਮ ਪਏ ਆ, ਲੈ ਇਹ ਅੱਗੇ ਇਹ ਬਹੁਤ ਹੈ ਕੀ ਹੈ, ਇਹਨਾਂ ਨੂੰ ਕੀ ਮਤਲਬ ਲੋਕੀ ਡਿਸਅਪਾਇੰਟ ਹੀ ਕਰਦੇ, ਸਪਸ਼ਟ ਗੱਲ ਹੈ, ਜੀ, ਜੀ। ਮਜ਼ਾਕ ਉਡਾਣ ਕੇ ਕਰਦੇ। ਜੀ ਲੇਕਿਨ ਜੇ ਤੁਸੀਂ ਪ੍ਰਭੂ ਦਾ ਆਸ਼ੀਰਵਾਦ ਸਮਝ ਕੇ ਔਰ ਚੱਲਦੇ ਰਹਿੰਦੇ ਹੋ, ਫਿਰ ਦੂਸਰੀ ਅੜਚਨ ਫਿਰ ਤੁਹਾਨੂੰ ਆਉਂਦੀ ਹੈ ਕਿ ਲੋਕੀ ਫਾਈਨੈਂਸ ਨਹੀਂ ਤੁਹਾਨੂੰ ਦੇਣਗੇ, ਨਹੀਂ ਕਰਦੇ, ਤੁਹਾਨੂੰ ਉੱਥੇ ਵੀ ਨਿਰਾਸ਼ ਕਰਨਗੇ। ਜੀ ਜੀ ਲੇਕਿਨ ਜੇ ਤੁਸੀਂ ਆਪਣੇ ਮਾਰਗ ਦੇ ਉੱਤੇ ਅੜਿੱਗ ਹੋ ਔਰ ਕੋਈ ਦਿਮਾਗ ਤੇ ਬੋਝ ਨਹੀਂ ਹੈ ਔਰ ਤੁਹਾਨੂੰ ਕਲੈਰਿਟੀ ਹੋਵੇ ਕਿ ਮੈਂ ਕਿੱਥੇ ਪਹੁੰਚਣਾ, ਕੀ ਕਰਨਾ ਔਰ ਕਿੱਦਾਂ ਕਰਨਾ, ਫਿਰ ਤੁਹਾਡਾ ਕੋਈ ਰਸਤਾ ਨਹੀਂ ਰੋਕ ਸਕਦਾ। ਔਰ ਫਿਰ ਮੇਰਾ ਅਨੁਭਵ ਇਹ ਹੈ ਕਿ ਜਿਹੜੇ ਲੋਕ ਤੁਹਾਡਾ ਵਿਰੋਧ ਕਰਦੇ ਸੀ, ਜਿਹੜੇ ਲੋਕ ਤੁਹਾਡਾ ਮਜ਼ਾਕ ਉਡਾਉਂਦੇ ਸੀ, ਅਲਟੀਮੇਟਲੀ ਉਹ ਸਾਰੇ ਲੋਕ ਜਿਹੜੇ ਆ ਤੁਹਾਡੇ ਨਾਲ ਚੱਲਦੇ ਆ, ਤੁਹਾਡੇ ਮਗਰ ਚੱਲਦੇ ਆ। ਸਹੀ ਸਹੀ ਬਿਲਕੁਲ ਸਹੀ। ਤੁਹਾਨੂੰ ਸਮਰਨ ਹੋਣਾ ਚਾਹੀਦਾ ਕਿ ਜਿਸ ਵੇਲੇ ਇੱਥੇ ਪ੍ਰਭਾਤ ਫੇਰੀਆਂ ਸ਼ੁਰੂ ਹੋਈਆਂ, ਤੁਸੀਂ ਦੇਖੀ ਹੋਈਆਂ ਹੋਣਗੀਆਂ, ਮੇਰੇ ਧਿਆਨ ਨਹੀਂ ਧਿਆਨ ਜੀ ਪ੍ਰਭਾਤ ਫੇਰੀਆਂ ਦੇ ਵਿੱਚ ਪਰੰਪਰਾ ਇਹ ਸੀ ਕਿ 8-10 ਲੋਕ 7-8 ਲੋਕ ਤੁਰਦੇ ਸੀ। 5 ਵਜੇ ਦਾ ਟਾਈਮ ਸੀ, 7 ਵਜੇ 6:30 ਇਕੱਠੇ ਹੋ ਕੇ ਤੁਰਦੇ ਸੀ ਅਤੇ ਚੱਕਰ ਇੱਕ ਲਾ ਕੇ ਵਿਚਾਰੇ ਆਉ ਜਾਂਦੇ ਸੀ। ਮਤਲਬ ਲੋਕ ਪ੍ਰਭਾਤ ਫੇਰੀਆਂ ਦੇ ਵਿੱਚ ਜਾਣ ਦਾ ਕੋਈ ਹੈ ਨਹੀਂ ਸੀ। ਜੀ ਜਿਸ ਲਈ ਮੈਨੂੰ ਇਹ ਕਿਹਾ ਕਿ ਪ੍ਰਭਾਤ ਫੇਰੀ ਕਰਨੀ ਹੈ, ਇੱਥੇ ਗੀਤਾ ਜਯੰਤੀ ਦੇ ਉੱਤੇ ਹੁੰਦੀ ਸੀਗੀ। ਮੈਨੂੰ ਉੱਥੇ ਦੀ ਗੱਲ ਹੈ, ਸਰਦਾਨਾ ਜੀ ਹੋਰ ਸਾਰੇ ਵਿੱਚ ਬੈਠੇ ਸੀ, ਤਾਂ ਮੈਨੂੰ ਕਹਿੰਦੇ ਸੀ ਕਿ ਡਾਕਟਰ ਸਾਹਿਬ ਪ੍ਰਭਾਤ ਫੇਰੀ ਦਾ ਤੁਸੀਂ ਆਪਣੇ ਜ਼ਿੰਮੇ ਲਓ। ਮੈਂ ਜੀ ਮੈਂ ਲੈ ਲੈਣਾ, ਲੇਕਿਨ ਮੇਰੀ ਇੱਕ ਸ਼ਰਤ ਹੈ। ਕਹਿੰਦੇ ਜੀ ਕੀ? ਮੈਂ ਪ੍ਰਭਾਤ ਫੇਰੀ ਫਿਰ ਉੱਦਾਂ ਦੀ ਨਹੀਂ ਹੋਏਗੀ। ਕਹਿੰਦੇ ਜੀ ਕਿੱਦਾਂ ਦੀ ਹੋਏਗੀ? ਮੈਂ ਐਟਲੀਸਟ 100 ਬੰਦਾ ਜਾਣਾ ਚਾਹੀਦਾ ਪ੍ਰਭਾਤ ਫੇਰੀ। ਕੀ ਬਾਤ ਹੈ। ਉਹ ਮੈਨੂੰ ਸਾਹਿਬ ਨੇ ਮਜ਼ਾਕ ਕੀਤਾ, ਮੈਨੂੰ ਅੱਜ ਤੱਕ ਯਾਦ, ਡਾਕਟਰ ਸਾਹਿਬ 100 ਬੰਦਾ ਪ੍ਰਭਾਤ ਫੇਰੀ 'ਚ ਕਦੀ ਦੇਖਿਆ ਹੈ ਤੁਸੀਂ? ਮੈਂ ਜੀ ਨਹੀਂ ਦੇਖਿਆ, ਤਾਂ ਦੇਖ ਲਵਾਂਗੇ। ਔਰ ਮੈਨੂੰ ਅੱਛੀ ਤਰ੍ਹਾਂ ਯਾਦ ਹੈ। ਅਲਟੀਮੇਟਲੀ ਚਲੋ ਮੈਂ ਉਹਨੂੰ ਸਮਰਾਈਜ਼ ਕਰਦਾ ਕਿ ਜਿਸ ਲਈ ਅਸੀਂ ਪ੍ਰਭਾਤ ਫੇਰੀ ਸ਼ੁਰੂ ਕੀਤੀ, ਉਹਦੇ ਵਿੱਚ ਵੀ ਇਹ ਤਿੰਨੇ ਹੀ ਸਿਧਾਂਤ ਰੱਖੇ ਸੀ ਕਿ ਸਮੇਂ ਦੀ ਪਾਬੰਦੀ ਰਹੇਗੀ। 5 ਵਜੇ ਕਹਾਂਗੇ ਤਾਂ 5 ਵਜੇ ਤੁਰਨਾ। ਤੋ ਮੈਨੂੰ ਯਾਦ ਹੈ ਕਿ ਜਿਸ ਲਈ ਪਹਿਲੀ ਪ੍ਰਭਾਤ ਫੇਰੀ ਅਸੀਂ ਕਟਹਿਰੇ ਤੋਂ ਸ਼ੁਰੂ ਕੀਤੀ ਅਤੇ ਸਾਡੇ ਇੱਕ ਕਾਰਜਕਰਤਾ ਬੈਠੇ ਸੀਗੇ ਔਰ ਮੈਨੂੰ ਕਹਿੰਦੇ ਡਾਕਟਰ ਜੀ 5 ਵਜੇ 'ਚ 5 ਮਿੰਟ ਰਹਿ ਗਏ ਜੇ, ਅਤੇ ਇੱਥੇ ਬੰਦਾ ਤਾਂ ਕੋਈ ਨਹੀਂ ਨਜ਼ਰ ਆਉਂਦਾ, ਇਉਂ ਕਰੋ ਅੱਧਾ ਪੌਣਾ ਘੰਟਾ ਲੇਟ ਕਰ ਲਓ, 5:30 ਵਜੇ ਤੁਰ ਪਈਓ, 10-20 ਬੰਦੇ ਉਹਨੂੰ ਤੁਰ ਪਓ ਡਾਕਟਰ ਜੀ ਕਿ। ਮੈਂ ਕਿਹਾ ਨਹੀਂ ਜੀ, ਮੈਂ ਕਿਹਾ 5 ਵਜੇ ਦਾ ਮਤਲਬ 5 ਵਜੇ ਹੀ ਤੁਰਾਂਗਾ। ਕਹਿੰਦੇ ਫਿਰ ਇਕੱਲੇ ਜਾਓਗੇ? ਮੈਂ ਕਿਹਾ ਇਕੱਲਾ ਕਿਉਂ? ਮੈਂ ਕਿਹਾ ਪ੍ਰਭੂ ਮੇਰੇ ਨਾਲ ਹੈ, ਮੈਂ ਤੂੰ ਚਿੰਤਾ ਕਿਉਂ ਕਰਦੇ ਆ? ਮੈਂ ਜਾਵਾਂਗਾ 5 ਵਜੇ ਹੀ ਤੁਰਾਂਗਾ, ਲੇਟ ਨਹੀਂ ਹੋਊਂਗਾ। ਚਲੋ ਜੀ 5 ਵਜੇ ਆਪਾਂ ਨੇ ਜੈਕਾਰਾ ਬੋਲੇ, ਬਲਕਿ ਅਸੀਂ 2-3 ਜਣੇ ਸੀਗੇ ਵੈਸੇ। ਤਾਂ ਮੈਂ ਉਹ ਜਿਹੜੇ ਸੱਜਣ ਬੈਠੇ ਉਹਨਾਂ ਨੂੰ ਕਿਹਾ, ਮੈਂ ਇੱਕ ਪ੍ਰਾਰਥਨਾ ਕਰਾਂਗਾ। ਕਹਿੰਦੇ ਦੱਸੋ? ਮੈਂ ਇੰਨਾ ਕੰਮ ਤੁਸੀਂ ਕਰ, ਤੁਸੀਂ ਇੱਥੇ ਹੀ ਬੈਠੇ ਹੋ ਨਾ, ਜਿਹੜੇ ਆਉਣ ਉਹਨਾਂ ਨੂੰ ਮੈਂ ਰਸਤਾ ਦੱਸੋ ਭਈ ਇੱਧਰ ਅਸੀਂ ਜਾ ਰਹੇ ਹਾਂ, ਤਾਂ ਕਿ ਉਹ ਅਗਰ ਆਉਣ ਤਾਂ ਉੱਥੇ ਜਾਏ। ਕਹਿੰਦੇ ਡਾਕਟਰ ਮੈਂ ਬੈਠਾ ਮੈਂ ਕਹਿ ਦੂੰਗਾ ਬੈਠ। ਸੁਰੇਸ਼ ਜੀ ਮੈਨੂੰ ਅੱਜ ਵੀ ਉਹ ਯਾਦ ਹੈ, ਅਸੀਂ ਉੱਥੋਂ ਕਟਹਿਰੇ 'ਚੋਂ ਨਿਕਲੇ ਹਾਂ, ਮਾਤਾ ਸੰਧੂਰਾਂ ਜੀ ਦੇ ਮੰਦਿਰ ਤੱਕ ਪਹੁੰਚੇ ਹਾਂ, ਮਗਰ ਦੌੜਦੇ 20-25-30 ਲੋਕ ਇਕੱਠੇ ਹੋ ਗਏ ਸਾਡੇ ਕੋਲ। ਔਰ ਕਰਦੇ ਕਰਦੇ ਜਿਸ ਵੇਲੇ ਅਸੀਂ ਉਹ ਜਾਣਾ ਸੀ ਇੱਧਰ ਸਗੀਆ ਧਰਮਸ਼ਾਲਾ ਬੇਲੀ ਗੇਟ, ਜਿਸਲੇ ਉੱਥੇ ਪਹੁੰਚੇ, ਜਿਸਲੇ ਕਾਰਿਕਰਮ ਸਮਾਪਤ ਕੀਤਾ, 123 ਲੋਕ ਸਾਡੇ ਨਾਲ। ਕੀ ਬਾਤ, ਕੀ ਬਾਤ। 123 ਲੋਕ ਸੀਗੇ। ਲੇਕਿਨ ਉੱਥੇ ਬੈਠ ਖੜੇ ਹੋ ਕੇ ਮੈਨੂੰ ਅੱਜ ਵੀ ਉਹ ਦ੍ਰਿਸ਼ ਯਾਦ ਹੈ। ਤਾਂ ਮੈਂ ਉੱਥੇ ਇੱਕ ਅਨਾਊਂਸਮੈਂਟ ਕੀਤੀ ਸੀ, ਸਭ ਨੂੰ ਇੱਕ ਪ੍ਰੇਰਨਾ ਕੀਤੀ ਸੀ ਕਿ ਵੀ ਮੈਂ ਅੱਜ ਤੁਹਾਡੇ ਕੋਲ ਝੋਲੀ ਅੱਡ ਕੇ ਇੱਕ ਚੀਜ਼ ਮੰਗਣ ਲੱਗਾ। ਇਹ ਤਾਂ ਮੈਨੂੰ ਪਤਾ ਸੀ ਸਾਰੇ ਬਹੁਤ ਮਾਣ ਕਰਦੇ ਹੀ ਸੀ। ਮੈਂ ਕਿਹਾ ਗੱਲ ਇਹ ਹੈ ਕਿ ਮੈਂ ਤੁਹਾਡੇ ਕੋਲ ਇਹ ਮੰਗਦਾ, ਕੱਲ੍ਹ ਨੂੰ ਜਿਸਲੇ ਆਓ ਤੁਸੀਂ ਇੱਕ ਸਾਥੀ ਤੁਹਾਡੇ ਨਾਲ ਜ਼ਰੂਰ ਚਾਹੀਦਾ, ਬਸ ਮੈਂ ਹੋਰ ਨਹੀਂ ਬਹੁਤਾ ਮੰਗਦਾ। ਅੱਜ ਇੱਥੋਂ ਪ੍ਰਣ ਲੈ ਕੇ ਉੱਠਦਾ ਵੀ ਕੱਲ੍ਹ ਨੂੰ ਇੱਕ ਸਾਥੀ ਇੱਥੇ। ਸੁਰੇਸ਼ ਜੀ ਮੈਨੂੰ ਅੱਜ ਯਾਦ ਹੈ ਕਿ ਨਿੱਤ ਪ੍ਰਤੀ ਅੱਜ 123 ਸੰਖਿਆ, ਕੱਲ੍ਹ ਨੂੰ 200 ਹੈ, ਪਰਸੋਂ 300 ਹੈ। ਅਰੇ ਵਾਹ, ਕੀ ਬਾਤ। ਔਰ ਮੈਨੂੰ ਅੱਜ ਵੀ ਯਾਦ ਹੈ, ਉਹ ਇੱਕ ਇਤਿਹਾਸ ਬਣ ਗਿਆ ਸੀ ਫਗਵਾੜੇ ਦਾ। ਕਿੱਦਾਂ ਕਿ ਪਤਾ ਲੱਗਣਾ ਵੀ ਅੱਜ ਕੱਲ੍ਹ ਨੂੰ ਪ੍ਰਭਾਤ ਫੇਰੀ ਜਿਹੜੀ ਹੈ ਇਸ ਮਹੱਲੇ 'ਚ ਜਾਣੀ ਹੈ। ਲੋਕਾਂ ਨੇ ਰਾਤ ਨੂੰ ਉੱਠ ਕੇ ਸਾਰੀਆਂ ਗਲੀਆਂ ਨੂੰ ਧੋਣਾ, ਸੜਕਾਂ ਨੂੰ ਧੋਣਾ ਪਾਣੀ ਦੇ ਨਾਲ, ਔਰ ਉੱਥੇ ਚਾਦਰਾਂ ਵਿਛਾਣੀਆਂ। ਸਵੇਰ ਨੂੰ ਜਿਸਲੇ ਪ੍ਰਭਾਤ ਫੇਰੀ ਲੰਘਣੀ, ਉੱਥੇ ਪੁਸ਼ਪ ਵਰਸ਼ਾ ਕਰਨੀ ਹੋਣੀ।
ਅਲਟੀਮੇਟਲੀ ਐਸੀ ਸਥਿਤੀ ਆ ਗਈ ਕਿ 700-800 ਬੰਦਾ ਪ੍ਰਭਾਤ ਫੇਰੀ ਜਾਣਾ ਸ਼ੁਰੂ ਹੋ ਗਿਆ। ਕਿਆ ਬਾਤ ਹੈ। ਸ਼ਹਿਰ ਦੇ ਜੋ ਵੱਡੇ ਤੋਂ ਵੱਡਾ ਚੌਧਰੀ MC MLA ਸਭ ਜਿਹੜੇ ਆ ਪ੍ਰਭਾਤ ਫੇਰੀ ਤੁਰਦੇ ਸਭ ਤੋਂ ਅੱਗੇ ਆੜੇ ਸ਼ੁਰੂ ਹੋ ਗਏ। ਸੋ ਇਹ ਬੜਾ ਪ੍ਰਭੂ ਦਾ ਆਦਰਸ਼ ਸੀ। ਮੈਨੂੰ ਯਾਦ ਹੈ ਤੁਸੀਂ ਇੱਕ ਗੱਲ ਵੀ ਸੁਣਾਉਂਦੇ ਹੁੰਦੇ ਸੀਗੇ ਕਿ ਜਦੋਂ ਪ੍ਰਭਾਤ ਫੇਰੀ ਲੰਘਦੀ ਸੀਗੀ ਇੱਕ ਇਨਸੀਡੈਂਟ ਹੋਇਆ ਸੀ, ਲੰਘੇ ਸੀ ਕਾਰ ਵਾਲੀ, ਹਾਂ ਕੀ ਸੀਗਾ ਜੀ ਉਹ ਇਦਾਂ ਸੀ, ਨਹਿਰੂ ਨਗਰ ਦੇ ਕੋਲ ਨਾ ਉਹ ਗਲੀ ਸੀ ਛੋਟੀ ਜਿਹੀ। ਅੱਛਾ ਜੀ। ਪ੍ਰਭਾਤ ਫੇਰੀ ਬਹੁਤ ਵੱਡੀ ਸੀਗੀ, ਜਿੱਦਾਂ ਦੱਸਿਆ 300-400-500 ਲੋਕ ਸੀਗਾ ਜੀ ਜੀ। ਉਹ ਫਿਰ ਵਿੱਚ ਰਿਕਸ਼ਾ 3 ਰੱਖੀ ਦੇ ਸੀ ਸਾਊਂਡ ਵਾਸਤੇ। ਅੱਛਾ ਜੀ। ਤੇ ਉਹ ਅਸੀਂ ਤੁਰੇ ਸੀਗੇ, ਗਲੀ ਦੇ ਵਿੱਚ ਵੜ ਗਏ। ਜਿਸ ਵੇਲੇ ਅਸੀਂ ਅੱਧੀ ਪ੍ਰਭਾਤ ਫੇਰੀ ਅੱਗੇ ਚਲੇ ਗਈ, ਜਿਸਲੇ ਤਾਂ ਉਹਦੇ ਵਿੱਚ ਇੱਕ ਕਾਰ ਖੜੀ ਸੀਗੀ ਅੰਬੈਸਡਰ ਦੀ। ਅੱਛਾ। ਅੰਬੈਸਡਰ ਕਾਰ ਖੜੀ ਜੀ ਸੀ। ਜੀ। ਹੁਣ ਉਹ ਰਿਕਸ਼ਾ ਜਿਹੜੀ ਆਈ ਉਹ ਕਿੱਥੋਂ ਲੰਘੇ, ਗਲੀ ਬਹੁਤ ਛੋਟੀ ਸੀ, ਇੱਧਰ ਉੱਧਰ ਕਿਤੇ ਕੁਛ ਨਾ ਹੋਵੇ, ਕਾਰ ਨੂੰ ਧੱਕਾ ਲਿਆ ਉਹ ਨਾ ਲੱਗੇ। ਮਤਲਬ ਇਹ ਕਾਰਜਕਰਤਾ ਦੇ ਉਤਸ਼ਾਹ ਦੀ ਗੱਲ ਦੱਸਦਾ ਕਿ ਪਤਾ ਨਹੀਂ 25-30-40 ਕਾਰਜਕਰਤਾ ਨੇ ਬੈਸਟਰ ਕਾਰ ਚੁੱਕ ਕੇ ਨਾਲ ਦੀ ਗਲੀ 'ਚ ਖੜੀ ਕਰ ਦਿੱਤੀ। ਸੋ ਮਤਲਬ ਇਹ ਬੜਾ ਅੱਛਾ ਵਾਤਾਵਰਨ ਸੀ ਜੀ, ਬੜੇ ਇਤਿਹਾਸ ਇੱਦਾਂ ਹੀ ਬੜੇ ਸੀ। ਪ੍ਰਭੂ ਦੀ ਕਿਰਪਾ ਸੀ ਜੀ, ਬਸ ਗੱਲ ਇਹ ਹੈ। ਬਸ ਇਹ ਹੈ ਕਿ ਬਸ ਪ੍ਰਮਾਤਮਾ ਇਹ ਅਹੰਕਾਰ ਨਹੀਂ ਆਣਾ ਕਿ ਮੈਂ ਕਰਨ ਵਾਲਾ ਨਾ ਕਰਨ ਵਾਲਾ ਤਾਂ ਉਹੀ ਬਸ ਉਹੀ ਅੱਛਾ ਡਾਕਟਰ ਸਾਹਿਬ, ਮਾਤਾ ਜੀ ਨਾਲ ਕਿੱਦਾਂ ਜੁੜਾ ਹੋਇਆ ਤੇ ਸ਼ਹਿਰ ਦੇ ਵਿੱਚ ਤੁਸੀਂ ਮਾਤਾ ਜੀ ਨੂੰ ਮਤਲਬ ਭੋਰੇ ਵਿੱਚ ਮਾਤਾ ਜੀ ਨੂੰ ਤੁਸੀਂ ਕੱਢਿਆ ਨਾ ਸ਼ਹਿਰ ਦੇ ਵਿੱਚ ਸਾਰੇ ਸ਼ੁਰੂ ਕੀਤਾ ਉਹਨਾਂ ਨੇ, ਤੇ ਉਹ ਕਿੱਦਾਂ ਮੇਲ ਹੋਇਆ ਜੀ ਮਾਤਾ ਜੀ ਨਾਲ? ਦੇਵੀ ਦਾ ਹਾਂਜੀ, ਇਹ ਤਾਂ ਮਾਤਾ ਸੁੰਦਰ ਜੀ ਦੇਵੀ ਜੀ ਦਾ ਵੈਸੇ ਕਿਉਂਕਿ ਅਸੀਂ ਜਿੱਦਾਂ ਕਾਰਟੂਨ ਕਰਦੇ ਸਭ ਕੁਛ ਤੇ ਦੇਵੀ ਜੀ ਦਾ ਮੇਰੇ ਨਾਲ ਬਹੁਤ ਸਨੇਹ ਸੀ, ਬਹੁਤ ਸਨੇਹ ਸੀ ਜੀ ਜੀ। ਤੇ ਆਪਾਂ ਇਹਦਾ ਨਾਮ ਕੀ ਹੈ ਤੈਅ ਸੀ ਕਿ ਦੇਵੀ ਜੀ ਕਿਸੇ ਪੁਰਸ਼ਾਂ ਦੀ ਸਭਾ 'ਚ ਨਹੀਂ ਸੀ ਜਾਂਦੇ ਜੀ ਬਿਲਕੁਲ ਜੀ। ਉਹ ਫਿਰ ਇਸ ਤਰ੍ਹਾਂ ਸੀਗਾ ਗੁਰੂ ਮਹਾਰਾਜ ਨੇ ਮਰਿਆਦਾ ਬੰਨੀ ਹੋਈ ਸੀ, ਮਰਿਆਦਾ ਬੰਨੀ ਸੀ ਜੀ। ਤਾਂ ਆਪਣਾ ਇੱਕ ਕਾਰਜਕ੍ਰਮ ਸੀਗਾ, ਤਾਂ ਉਹਦੇ ਵਿੱਚ ਮੈਂ ਦੇਵੀ ਜੀ ਨੂੰ ਜਾ ਕੇ ਪ੍ਰਾਰਥਨਾ ਕੀਤੀ। ਦੇਵੀ ਸੰਕ੍ਰਾਂਤੀ ਦਾ ਹੀ ਸੀਗਾ। ਮੈਂ ਕਿਹਾ ਦੇਵੀ ਜੀ ਗੱਲ ਇਹ ਹੈ ਉਹ ਸੰਕ੍ਰਾਂਤੀ ਸਾਰੇ ਸ਼ਹਿਰ ਦੀ ਹੈ ਔਰ ਮੈਂ ਚਾਹੁੰਦਾ ਕਿ ਤੁਸੀਂ ਉਸ ਦੇ ਵਿੱਚ ਜ਼ਰੂਰ। ਕਹਿੰਦੇ ਡਾਕਟਰ ਸਾਹਿਬ ਮੈਂ ਤਾਂ ਜਾਂਦੀ ਨਹੀਂ। ਮੈਂ ਦੇਵੀ ਜੀ ਤੁਸੀਂ ਮਾਤਾ ਹੋ, ਮਾਂ ਤਾਂ ਪੁੱਤ ਦੇ ਕੋਲ ਹਰ ਵੇਲੇ ਜਾ ਸਕਦੀ ਹੈ ਔਰ ਤੁਸੀਂ ਤੁਹਾਡਾ ਅਧਿਕਾਰ ਹੈ, ਤੁਸੀਂ ਆਪਣੇ ਪੁੱਤਰ ਤੁਹਾਡੇ ਕਾਰਜਕ੍ਰਮ ਕਰ ਰਹੇ ਹੋ ਤੇ ਤੁਸੀਂ ਕਿਉਂ ਨਹੀਂ ਜਾਣਾ? ਜੀ ਜੀ। ਮੈਂ ਇਸ ਕਰਕੇ ਮੈਂ ਤੁਹਾਨੂੰ ਇੱਕ ਪ੍ਰਾਰਥਨਾ ਕਰੂੰਗੀ ਦੇਵੀ ਜੀ ਹੁਣ ਇਹ ਜਿਹੜਾ DMC ਦਾ ਇਹਨੂੰ ਛੱਡ ਦਿਓ ਔਰ ਤੁਸੀਂ ਇਹ ਕਹੋ ਕਿ ਮੇਰਾ ਇਹ ਫਗਵਾੜਾ ਜਿਹੜਾ ਮੇਰੇ ਬੱਚੇ ਹੈ ਮੈਂ ਇਹਨਾਂ 'ਤੇ ਜ਼ਰੂਰ। ਔਰ ਉਦੋਂ ਤੋਂ ਫਿਰ ਦੇਵੀ ਜੀ ਨੇ ਜਿਹੜਾ ਹੈ ਚਲੋ ਉਹਦਾ ਵੀ ਕ੍ਰੈਡਿਟ ਮੈਂ ਕਹੂੰਗਾ ਤੁਹਾਨੂੰ ਹੀ ਜਾਂਦਾ ਜੀ, ਤੁਸੀਂ ਸਾਨੂੰ ਗੁਰੂ ਮਹਾਰਾਜ ਨਾਲ ਮਿਲਾਇਆ ਜੀ। ਜੀ ਜੀ। ਤੇ ਦੇਵੀ ਜੀ ਦਾ ਬਹੁਤ ਵੱਡਾ ਰੋਲ ਸੀ ਜੀ ਔਰ ਬਹੁਤ ਐਵੇਂ ਕਿ ਮੈਂ ਤਾਂ ਕੁਛ ਨਾ ਚੀਜ਼ ਹਾਂ ਲੇਕਿਨ ਉਹ ਵਿਚਾਰੇ ਬਹੁਤ ਪਿਆਰ ਕਰਦੇ ਸੀ, ਬਹੁਤ ਕਰਦੇ ਸੀ, ਬਹੁਤ ਕਰਦੇ। ਮੈਨੂੰ ਯਾਦ ਆ ਜਦੋਂ ਆਪ ਕੋਈ ਗਲਤੀਆਂ ਵੀ ਹੋ ਜਾਂਦੀਆਂ ਸੀ ਮੇਰੇ ਖਿਆਲ ਨਾਲ ਤੁਹਾਨੂੰ ਬੁਲਾਉਂਦੇ ਹੁੰਦੇ ਸੀ, ਬੇਟਾ ਇੱਦਾਂ ਨਹੀਂ ਕਰਨਾ, ਇੱਦਾਂ ਕਰਨਾ, ਰਾਈਟ? ਜੀ ਜੀ। ਬੜਾ ਉਹਨਾਂ ਦਾ ਯੋਗਦਾਨ ਸੀ ਜੀ ਔਰ ਉਹਨਾਂ ਨੇ ਸ਼ਹਿਰ 'ਚ ਉਹਨਾਂ ਦਾ ਉਪਕਾਰ ਸੀ ਸ਼ਹਿਰ ਦੇ ਉੱਤੇ। ਜੀ ਜੀ। ਫਗਵਾੜਾ ਸ਼ਹਿਰ ਤੇ ਮੇਰੇ ਖਿਆਲ ਨਾਲ ਬਹੁਤ ਹੀ ਭਾਗਾ ਵਾਲਾ ਜੀ, ਬਹੁਤ ਸੰਤਾਂ ਦਾ ਇਹਨੂੰ ਸ਼ੋਅ ਪ੍ਰਾਪਤ ਹੋਈ ਹੈ। ਬਿਲਕੁਲ। ਲੋਕੇਸ਼ਨ ਜੀ ਮਹਾਰਾਜ, ਮਾਤਾ ਸੰਦੂਰਾ ਜੀ, ਇਧਰੋਂ ਹਦੀਆਬਾਦ ਮਹਾਰਾਜ ਜੀ, ਚਿੜੀਆ ਲੈ ਹੋਰ ਇਹ ਬੜੀ ਪ੍ਰਭੂ ਦੀ ਕਿਰਪਾ ਹੀ ਹੁੰਦੀ ਹੈ। ਜੀ 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 ਜੀ। ਤੇ ਡਾਕਟਰ ਸਾਹਿਬ ਧਾਰਮਿਕ ਸਮਿਤੀ ਬਾਰੇ ਗੱਲ ਕਰੀਏ ਜੀ, ਤੇ ਹਾਲੇ ਵੀ ਬਹੁਤ ਅੱਛੇ ਤਰੀਕੇ ਨਾਲ ਮੈਨੇਜ ਹੋ ਰਹੀ ਹੈ। ਮੈਨੂੰ ਯਾਦ ਆ ਕਿ ਸੰਕ੍ਰਾਂਤੀ ਤੋਂ ਇੱਕ ਦਿਨ ਪਹਿਲਾਂ ਹੀ ਆਪਾਂ ਜਿਸ ਜਗ੍ਹਾ ਤੇ ਸੰਕ੍ਰਾਂਤੀ ਹੁੰਦੀ ਸੀ ਸ਼ਾਮ ਨੂੰ ਜਾ ਕੇ ਸਾਰੀ ਵਿਵਸਥਾ ਵਗੈਰਾ ਚੈੱਕ ਕਰਨੀ, ਤੇ ਜੇ ਨਹੀਂ ਹੁੰਦੀ ਤਾਂ ਆਪਾਂ ਕਰ ਵੀ ਦਿੰਦੇ ਸੀ, ਰਾਈਟ? ਬਿਲਕੁਲ। ਤੇ ਉਹ ਕਿੱਦਾਂ ਹੁੰਦਾ ਸੀਗਾ ਜੀ? ਉਹਨੇ ਹੁਣ ਤੱਕ ਵੀ ਇੱਦਾਂ ਹੀ ਹੁੰਦਾ ਸੀ, ਬਿਲਕੁਲ ਉਹੀ। ਪਰ ਲੇਕਿਨ ਹੁੜੀ ਕੱਪੜ ਇਹ ਕੀਤਾ ਹੋਇਆ ਜਦੋਂ ਦਾ ਇਹ ਕਰੋਨਾ ਜ਼ਿਆਦਾ ਹੋਇਆ ਨਾ ਜੀ, ਉਦੋਂ ਤਾਂ ਇਹ ਕਰ ਲਿਆ। ਹੁਣ ਅਸੀਂ ਮੰਦਰਾਂ ਦੇ ਵਿੱਚ ਨਹੀਂ ਜਾ ਰਹੇ। ਜੀ ਜੀ ਜੀ। ਉਹ ਕੀ ਕੀਤਾ ਐਸੀ ਸਥਾਨ ਦੇ ਉੱਤੇ, ਇਹ ਮਾਂ ਰਾਮ ਰੱਖੀ ਧਾਮ ਹੈ ਜਿਹੜਾ, ਇੱਥੇ ਹੀ ਅਸੀਂ ਸੰਕ੍ਰਾਂਤੀ ਹਰ ਸੰਕ੍ਰਾਂਤੀ ਇੱਥੇ ਮਨਾਉਂਦੇ ਹਾਂ ਜੀ। ਹਰ 2 ਇਕਾਦਸ਼ੀਆਂ ਇੱਥੇ ਮਨਾਉਂਦੇ ਹਾਂ, ਹਰ ਰਵੀਵਾਰ ਦਾ ਸਤਸੰਗ ਇੱਥੇ ਕਰਦੇ ਹਾਂ। ਇਸ ਕਰਕੇ ਹੁਣ ਇੱਥੇ ਹੀ ਆਪਾਂ ਕਰ ਲੈਂਦੇ ਹਾਂ। ਠੀਕ ਹੈ। ਲੇਕਿਨ ਉਹ ਪ੍ਰੀਕਾਸ਼ਨ ਨਹੀਂ, ਜੋ ਗਾਈਡਲਾਈਨਸ ਹੈ ਉਹ ਤਾਂ ਆਪਾਂ ਫੋਲੋ ਕਰਦੇ ਹਾਂ ਜੀ। ਮੰਨ ਲਓ ਉਹ ਨਾ ਹੋਵੇ, ਕਰਦੇ ਇੱਥੇ ਸਾਰਾ ਕੁਝ ਕਰਦੇ। ਸੰਗਰਾਂਤੀ ਹਰ ਉਹ ਇਦਾਂ ਹੀ ਕਰਦੇ ਵੀ ਉਦਾਂ ਹੀ ਹੈ ਬਿਲਕੁਲ। ਉਹੀ ਟਾਈਮ ਦੀ ਪਾਬੰਦੀ ਹੋਰ ਸਾਰਾ ਉਹ ਸਾਰਾ ਐਜ਼ ਇਟ ਇਜ਼ ਜੀ। ਉਹਨੂੰ ਨਹੀਂ ਅਸੀਂ ਕੋਈ ਵੀ ਸਮਝੌਤਾ ਕਰਦੇ। ਠੀਕ ਹੈ ਡਾਕਟਰ ਸਾਹਿਬ, ਆਖਰੀ ਵਿੱਚ ਤੁਸੀਂ ਇਹ ਦੱਸੋ ਕਿ ਜਿਸ ਬੰਦੇ ਨੂੰ ਪ੍ਰਭੂ ਨਾਲ ਪਿਆਰ ਹੋਵੇ ਉਹਨੂੰ ਕੀ ਕਰਨਾ ਚਾਹੀਦਾ ਸੋ ਦੈਟ ਕਿ ਮਨ ਦੇ ਵਿੱਚ ਹਮੇਸ਼ਾ ਉਹਨੂੰ ਯਾਦ ਰੱਖੇ ਭਗਵਾਨ ਜੀ ਨੂੰ?
ਫਿਰ ਤਾਂ ਪ੍ਰਭੂ ਉਹਦਾ ਧਿਆਨ ਰੱਖਦੇ, ਉਹਨੇ ਥੋੜਾ ਪ੍ਰਭੂ ਦਾ ਧਿਆਨ, ਵੀ ਤਾਂ ਪ੍ਰਭੂ ਉਹਦਾ ਧਿਆਨ ਰੱਖਦੇ ਆ। ਭਗਵਾਨ ਨੇ ਕਿਹਾ ਨਾ ਕਿ ਤੂੰ ਮੇਰੇ ਵੱਲ ਇੱਕ ਕਦਮ ਸਿਰਫ ਚੁੱਕ ਲੈ, ਬਾਕੀ ਮੈਂ ਸੰਭਾਲ ਲੈਣਾ, 10 ਕਦਮ ਤਾਂ ਮੈਂ ਜਾ ਕੇ ਤੈਨੂੰ ਪਕੜ ਹੀ ਲੈਣਾ ਵਾ। ਸੋ ਗੱਲ ਇਹ ਹੈ ਕਿ ਤੁਹਾਨੂੰ ਕਰਨ ਦੀ ਲੋੜ ਨਹੀਂ, ਬਸ ਪ੍ਰਭੂ ਦੇ ਉੱਤੇ ਭਰੋਸਾ ਕਰੋ, ਉਹਦੇ ਉੱਤੇ ਛੱਡ ਦਿਓ, ਤੇ ਪ੍ਰਭੂ ਨੇ ਆਪੇ ਆਪ ਤੁਹਾਨੂੰ ਸਮਰਥ, ਸ਼ਕਤੀ ਸਭ ਕੁਝ ਦੇ ਦੇਣਾ ਵਾ। ਤੁਹਾਨੂੰ ਨਹੀਂ ਕੁਝ ਕਰਨ ਦੀ ਲੋੜ, ਪ੍ਰਭੂ ਨੇ ਆਪ ਹੀ ਕਰਵਾ ਲੈਣਾ। ਜਦੋਂ ਮੈਂ ਤੁਹਾਨੂੰ ਸ਼ੁਰੂ 'ਚ ਹੀ ਕਿਹਾ ਕਿ ਭਗਵਾਨ ਆਪ ਕਰਵਾਉਂਦੇ ਆ, ਇਸ ਸਰੀਰ ਤੋਂ ਕੀ ਲੈਣਾ, ਉਹਨਾਂ ਨੇ ਕਰਵਾ ਲੈਣਾ ਵਾ। ਬਸ ਇਹ ਤੁਹਾਡੇ ਕੋਲ ਹੱਕ ਨਹੀਂ। ਡਾਕਟਰ ਸਾਹਿਬ ਇੱਕ ਆਖਰੀ ਹੋਰ ਸਵਾਲ, ਭਗਵਾਨ ਜੀ ਨੂੰ ਕਿੱਦਾਂ ਪਾਇਆ ਜਾਵੇ? ਹਾਂਜੀ, ਪਰਮਾਤਮਾ ਨੂੰ ਕਿੱਦਾਂ ਪਾਇਆ ਜਾਵੇ ਜੀ? ਪਾਣਾ ਕੀ, ਉਹ ਤਾਂ ਤੁਹਾਡੇ ਕੋਲ ਹੀ ਹੈ। ਅਰੇ ਕਿਆ ਬਾਤ ਹੈ, ਉਹ ਤਾਂ ਤੁਹਾਡੇ ਕੋਲ ਹੀ ਹੈ। ਸਹੀ ਗੱਲ। ਪਾੜ ਕਿੱਥੇ ਜਾਣਾ? ਇਹੀ ਗੜਬੜ ਹੈ ਕਿ ਅਸੀਂ ਭਗਵਾਨ ਨੂੰ ਮੰਦਿਰਾਂ 'ਚ ਜਾ ਕੇ ਲੱਭਦੇ ਹਾਂ, ਕਦੀ ਕਿਤੇ ਗੁਰਦੁਆਰਿਆਂ 'ਚ, ਕਿਤੇ ਨਹੀਂ। ਭਗਵਾਨ ਤਾਂ ਤੁਹਾਡੇ ਕੋਲ ਹੈ, ਤੁਸੀਂ ਆਪ ਹੀ। ਵੈਸੇ ਤਾਂ ਗੱਲ ਇਹ ਹੈ ਕਿ ਸਾਡੇ ਤਾਂ ਕਹਿੰਦੇ ਸਾਧਕ ਜਿਹੜਾ ਵੈ ਉਹ ਖੁਦ ਹੀ ਭਗਵਾਨ ਹੈ, ਲੇਕਿਨ ਅਸੀਂ ਗਲਤੀ ਦੇ ਨਾਲ ਆਪਣੇ ਆਪ ਨੂੰ ਸਰੀਰ ਮੰਨੇ ਹੋਏ ਆ ਕਿ ਮੈਂ ਸਰੀਰ ਹਾਂ, ਮੈਂ ਰਾਮਪਾਲ ਹੈ, ਮੈਂ ਸੁਰੇਸ਼ ਕੁਮਾਰ ਹੈ, ਮੈਂ ਅਸੀਂ ਇਹ ਮੰਨ ਲਿਆ ਹੋਇਆ। ਲੇਕਿਨ ਐਕਚੁਅਲੀ ਜਿਹੜਾ ਹੈ ਇਹ ਤਾਂ ਚੇਤਨ ਸਰੂਪ ਹੋ, ਆਤਮਾ ਹੋ। ਇਹ ਤੁਹਾਡੀ ਪਹਿਚਾਣ ਆਤਮਾ ਹੈ, ਨਾ ਕਿ ਸਰੀਰ, ਠੀਕ ਹੈ ਨਾ। ਲੇਕਿਨ ਅਸੀਂ ਆਪਣੇ ਇਹ ਤਾਂ ਉਹ ਮੈਂ ਇੱਕ ਉਦਾਹਰਨ ਦਿੰਦਾ ਬਹੁਤ ਅੱਛਾ ਕਿ ਇੱਕ ਸ਼ੇਰ ਦਾ ਬੱਚਾ ਸੀਗਾ ਛੋਟਾ ਜਿਹਾ, ਉਹ ਭੇਡਾਂ ਦੇ ਝੁੰਡ 'ਚ ਜਾ ਮਿਲਿਆ, ਅਤੇ ਉਹ ਜਿੱਦਾਂ ਭੇਡਾਂ ਕਰਦੀ ਸੀ ਉਹ ਵੀ ਕਰਨ ਲੱਗ ਪਿਆ ਉੱਦਾਂ ਹੀ, ਉਹਨਾਂ ਦੇ ਨਾਲ ਹੀ ਘੁੰਮਣਾ ਫਿਰਨਾ ਸਾਰਾ ਕੁਝ ਕਰਦਾ ਸੀ। ਇੱਕ ਦਿਨ ਉਹ ਜਾ ਰਹੇ ਸੀ, ਸ਼ੇਰ ਨੇ ਦੇਖਿਆ ਕਿ ਮੇਰਾ ਬੱਚਾ ਸਾਡਾ ਇਹ ਭੇਡਾਂ ਦੇ ਵਿੱਚ ਕਿਉਂ ਘੁੰਮਦਾ ਫਿਰਦਾ। ਉਹ ਗਿਆ, ਉਹਨੇ ਜਾ ਕੇ ਉਹਨੂੰ ਝਪੱਟਾ ਮਾਰਿਆ, ਫੜ ਕੇ ਲੈ ਗਿਆ। ਉਹ ਜਿੱਦਾਂ ਭੇਡਾਂ ਰੋਂਦੀ ਉਹ ਵੀ ਲੱਗ ਪਿਆ ਇਹੀ ਕਰਨ। ਸ਼ੇਰ ਉਹਨੂੰ ਲੈ ਗਿਆ ਪਰੇ, ਜਾ ਕੇ ਕਹਿੰਦਾ ਤੂੰ ਕੀ ਕਰਦਾ ਪਿਆ? ਤੂੰ ਕੋਈ ਭੇਡ ਹੋਇਆ? ਤੂੰ ਤਾਂ ਸ਼ੇਰ ਹੋਇਆ, ਤਾਂ ਤੂੰ ਇੱਧਰ ਨਹੀਂ 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 ਉਹ ਮਾਫ, ਮੈਨੂੰ ਮਾਫ ਕਰ ਦੇ। ਅਖੀਰ ਉੱਥੇ ਇੱਕ ਬਜ਼ੁਰਗ ਸ਼ੇਰ ਸੀ, ਉਹਨੇ ਕਿਹਾ ਦੱਸੋ, ਉਹਨੂੰ ਇੱਕ ਖੂਹ ਦੇ ਉੱਤੇ ਲੈ ਗਏ, ਉਹਨੂੰ ਸ਼ੇਰ ਨੂੰ ਸਮਝਾਇਆ, ਬੱਚੇ ਨੂੰ ਸਮਝਾਇਆ ਕਿ ਇਹ ਦੇਖ ਤੇਰੀ ਸ਼ਕਲ ਸਾਡੇ ਨਾਲ ਮਿਲਦੀ ਹੈ ਕਿ ਨਹੀਂ ਮਿਲਦੀ, ਭੇਡਾਂ ਨਾਲ ਤਾਂ ਇੰਨਾ ਮਿਲਦੀ ਸਾਡੇ, ਤੂੰ ਸਾਡਾ ਬੱਚਾ ਹੈ, ਅਸੀਂ ਇਸ ਜੰਗਲ ਦੇ ਉੱਤੇ ਰਾਜ ਕਰਨ ਵਾਲੇ ਹਾਂ, ਅਸੀਂ ਭੇਡ ਨਹੀਂ ਹਾਂ। ਜਿਸ ਲਈ ਉਹ ਜਿਸ ਤਰ੍ਹਾਂ ਹਨੂੰਮਾਨ ਜੀ ਨੂੰ ਇਹਦਾ ਨੌਕੀ ਹੈ ਜਾਮਵੰਤ ਨੇ ਪਰਿਚੈ ਕਰਾਇਆ ਨਾ, ਤਾਂ ਇਸੀ ਤਰ੍ਹਾਂ ਜਿਸ ਲਈ ਉਹ ਸ਼ੇਰ ਨੂੰ ਬੱਚੇ ਨੂੰ ਇਹ ਕਿਹਾ ਤਾਂ ਇੱਕਦਮ ਜਹਾੜ ਕਰ ਉੱਠ ਕੇ ਖੜਾ ਹੋ ਗਿਆ ਕਿ ਮੈਂ ਸ਼ੇਰ ਦਾ ਬੱਚਾ ਹਾਂ। ਬਸ ਇਹੀ ਸਥਿਤੀ ਸਾਡੀ ਹੈ ਕਿ ਅਸੀਂ ਆਪਣੇ ਆਪ ਨੂੰ ਸਰੀਰ ਮੰਨੇ ਹੋਏ ਹਾਂ। ਜਿੱਦਣ ਸਾਨੂੰ ਕੋਈ ਸਤਿਗੁਰੂ ਸਾਡੇ ਇਹ ਗਿਆਨ ਦੇ ਦੇਣ ਕਿ ਤੂੰ ਬਈ ਸਰੀਰ ਨਹੀਂ, ਤੂੰ ਤਾਂ ਚੇਤਨ ਆਤਮਾ ਹੈ, ਤੂੰ ਛੋਟਾ ਮੋਟਾ ਪ੍ਰਾਣੀ ਨਹੀਂ ਹੈ, ਤੂੰ ਬਹੁਤ ਵੱਡਾ ਉੱਚੀ ਹਸਤੀ ਹੈ, ਬਸ ਫਿਰ ਸਾਨੂੰ ਕੋਈ ਲੋੜ, ਫਿਰ ਅਸੀਂ ਆਪ ਹੀ ਈਸ਼ਵਰ, ਤਾਂ ਆਪ ਹੈ ਈਸ਼ਵਰ, ਇਹ ਸਰੀਰ ਥੋੜ੍ਹਾ ਅਸੀਂ, ਸਾਡਾ ਵਾਸਤਵਿਕ ਸਰੂਪ ਜਿਹੜਾ ਹੈ ਉਹ ਸਤ ਚਿੱਤ ਹੈ, ਚੇਤਨ ਸਰੂਪ ਹੈ, ਬਸ ਉਹ ਸਮਝਦੇ। ਤੇ ਡਾਕਟਰ ਸਾਹਿਬ ਤੁਸੀਂ ਪੂਰੀ ਜ਼ਿੰਦਗੀ ਆਪਣਾ ਭਗਵਾਨ ਦੇ ਨਾਲ ਜੋੜਿਆ, ਫਗਵਾੜਾ ਦੀ ਜਨਤਾ ਨੂੰ, ਪੂਰੀ ਕਮਿਊਨਿਟੀ ਦੇ ਨਾਲ ਇਕੱਠੇ ਲੈ ਕੇ ਭਾਈਚਾਰੇ ਦੇ ਨਾਲ ਤੁਸੀਂ ਜੋੜਿਆ, ਤੇ ਆਖਰ ਦੇ ਵਿੱਚ ਤੁਸੀਂ ਫਗਵਾੜਾ ਦੇ ਜਿਹੜੇ ਵਸਨੀਕ ਹੈ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜੀ? ਫਗਵਾੜੇ ਵਾਲੇ ਮੈਨੂੰ ਸੰਦੇਸ਼ ਦੇ, ਮੈਨੂੰ ਸੇਵਾ ਮੇਰੇ ਜੁੰਬੇ ਜੋ ਲਾ ਦੇ ਮੈਂ ਉਹ ਵੀ ਕਰੂੰਗਾ। ਬਸ ਇੱਕ ਹੀ ਗੱਲ ਹੈ ਕਿ ਬਸ ਸਾਡਾ ਲਕਸ਼ ਜਿਹੜਾ ਹੈ ਉਹ ਹੈ ਬੜਾ ਉੱਚਾ ਕਿ ਉਸ ਪ੍ਰਮਾਤਮਾ ਨੂੰ ਪਹਿਚਾਨੀਏ। ਬਸ ਮੈਂ ਤਾਂ ਇਹੀ ਕਹਾਂਗਾ ਕਿ ਉਸ ਈਸ਼ਵਰ ਨੂੰ ਪਹਿਚਾਨੋ ਕਿ ਉਹ ਈਸ਼ਵਰ ਕੌਣ ਹੈ। ਅਸੀਂ ਆਪਣੇ ਆਪ ਨੂੰ ਗਲਤ ਲੈ ਕੇ ਤੁਰੇ ਹੋਏ ਹਾਂ। ਬਸ ਇਹ ਅੰਤਿਮ ਸੰਦੇਸ਼ ਇਹੀ ਹੈ ਕਿ ਉਸ ਨੂੰ ਟੂ ਨੋ ਥਾਈ ਸੈਲਫ, ਆਪਣੇ ਆਪ ਨੂੰ ਪਹਿਚਾਨੀਏ ਕਿ ਮੈਂ ਕੌਣ। ਜਿਸ ਤਰ੍ਹਾਂ ਇੱਕ ਵਿਅਕਤੀ ਜੰਗਲ ਦੇ ਵਿੱਚ ਗਿਆ, ਮਹਾਤਮਾ ਜੀ ਅੰਦਰ ਪਾਠ ਕਰ ਰਹੇ ਸੀ, ਉਹਨੇ ਜਾ ਕੇ ਦਰਵਾਜ਼ਾ ਖਟਖਟਾਇਆ, ਅੰਦਰੋਂ ਆਵਾਜ਼ ਆਈ ਕੌਣ? ਤੋਂ ਬਾਹਰ ਸਾਧਕ ਜਿਹੜਾ ਕਹਿੰਦਾ ਮਹਾਰਾਜ ਇਹੀ ਜਾਣਨ ਵਾਸਤੇ ਆਇਆ ਕੌਣ, ਅੱਜ ਤੱਕ ਇਹੀ ਨਹੀਂ ਜਾਣ ਸਕਿਆ ਮੈਂ ਕੌਣ। ਸੋ ਗੱਲ ਇਹ ਅਸੀਂ ਵੀ ਇਹ ਜਾਣੀਏ ਕਿ ਮੈਂ ਕੌਣ। ਜਿੱਦਣ ਸਾਨੂੰ ਸਮਝ ਆ ਜਾਏ ਤਾਂ ਬੇੜਾ ਪਾਰ ਹੈ ਹੀ ਬੇੜਾ ਪਾਰ। ਜੀ ਜੀ, ਥੈਂਕ ਯੂ ਡਾਕਟਰ ਸਾਹਿਬ। ਤੋ ਇਹ ਸੀਗੇ ਸਾਡੇ ਡਾਕਟਰ ਜੋਗਿੰਦਰਪਾਲ ਸ਼ਰਮਾ ਜੀ, ਤੇ ਜਿਹਨੂੰ ਕਹਿੰਦੇ ਨਾ ਗ੍ਰਹਸਥ ਦੇ ਵਿੱਚ ਕੋਈ ਸੰਤ, ਪਿਓਰ ਐਗਜ਼ਾਮਪਲ ਡਾਕਟਰ ਸਾਹਿਬ ਆ। ਤੇ ਇਹਨਾਂ ਨਾਲ ਅੱਜ ਗੱਲਬਾਤ ਕਰਕੇ ਬਹੁਤ ਮਜ਼ਾ ਆਇਆ ਜੀ, ਬਹੁਤ ਆਨੰਦ ਆਇਆ। ਪੁਰਾਣੀਆਂ ਜਿਹੜੀ ਯਾਦਾਂ ਸੀਗੀਆਂ, ਮੈਨੂੰ ਪਤਾ ਬਚਪਨ ਵਿੱਚ ਜਦੋਂ ਮੈਂ ਧਾਰਮਿਕ ਸਭੀਰੇ ਦੇ ਪ੍ਰੋਗਰਾਮ ਵਿੱਚ ਜਾਣਾ ਹੁੰਦਾ ਸੀਗਾ ਜੀ, ਤੇ ਉਹ ਸਭ ਯਾਦਾਂ ਇਹਨਾਂ ਨੇ ਤਾਜ਼ਾ ਕਰਤੀਆਂ, ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਅੱਜ ਦਾ ਵੀਡੀਓ ਤੁਹਾਨੂੰ ਕਿਹੋ ਜਿਹਾ ਲੱਗਿਆ ਜੀ, ਸਾਨੂੰ ਜ਼ਰੂਰ ਦੱਸਿਓ ਜੀ ਕਮੈਂਟ ਕਰਕੇ। ਜੀ ਅੱਛਾ ਲੱਗਾ ਤਾਂ ਪਲੀਜ਼ ਲਾਈਕ ਕਰ ਦਿਓ ਔਰ ਸ਼ੇਅਰ ਜ਼ਰੂਰ ਕਰਿਓ ਜੀ। ਥੈਂਕ ਯੂ ਡਾਕਟਰ ਸਾਹਿਬ। ਥੈਂਕ ਯੂ, ਥੈਂਕ ਯੂ।
शरण